रखदा, हर खबर दी पुणछाण करके उसदी तह तक पहुंचदा, हर एक खबर पिछे चलदी असल कहानी दा सच सामने लैके आउंदा, राजनीति दी हरेक रणनीति तो जाणू करवाउंदा, सिस्टम विच पसरे भ्रिष्टाचार नूं उजागर करदा, धन कुबेरां, गैर समाजी तत्तां, प्रशासनिक अधिकारियां ते सियासतदानां दे गठजोड़ दा पर्दाफाश करदा, तत्थां सहित सही ਅਤੇ ਸਟੀਕ ਵਿਸ਼ਲੇਸ਼ਣ ਪੇਸ਼ ਕਰਦਾ। ਇਹ ਹੈ ਟੀਵੀ ਪੰਜਾਬੀ ਦੁਨੀਆ, ਆਪਣੀ ਬੋਲੀ ਆਪਣਾ ਮਾਣ। ਖਬਰਾਂ ਤੇ ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਮੈਂ ਟੋਰਾਂਟੋ ਸਟੂਡੀਓ ਤੋਂ ਹਰਜੀਤ ਸਿੰਘ ਗਿੱਲ ਤੇ ਮੇਰੇ ਨਾਲ ਜੁੜ ਕੇ ਨੇ ਚੰਡੀਗੜ੍ਹ ਤੋਂ ਸੁਸ਼ੀਲ ਦਸਾਂਝ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਹਾਂ ਦਸਾਂਝ ਸਾਹਿਬ ਜੀ। ਆਇਆਂ ਜੀ। बहुत मेहरबानी, बहुत शुक्रिया हरजीत गिल जी। टीवी पंजाबी दुनिया के साढ़े सारे दर्शकों का भी चंडीगढ़ स्टूडियो तो स्वागत है जी। प्यार भरी सत श्री अकाल, आदाब ते नमस्कार जी हरजीत गिल जी। दसांझ साहब, पंजाब तक का माहौल है, गर्मी बहुत अत दर्जे की पै रही है कह रहे हैं, और बिजली के कट भी लंबे लंबे लगने शुरू हो गए। तुसीं तो चंडीगढ़ बैठे हो, शायद उन्ना सेक ना पहुँचता हो। बहुत सारिया खबर आ रही ने कि काफ़ी लंबे कट लग रहे हैं। किस तरह तुहानूं लगता है कि कंट्रोल सब कुछ होने वाल कोई कदम चुके जा रहे हैं, ਜਾਂ अजे अगे चल के जो झोने का सीजन आना होर भी हालात खराब होने आ? तो बिजली की गल लगातार हो रही है, कभी बिल फ्री करन दी, कभी कुछ करन दी, ते बिजली है ही नहीं, फ्री कित्थों करनी है? तो इहदा की बनेगा? इहदे बारे की कोई विचारां हो रही ने? आम लोग की सोच रहे हैं? देखो गल तो यह भी कहण नूं असीं चंडीगढ़ च आ, पर मोहाली छोड़ करके पंजाब च ही हैं। ते कल बड़े लंबे कट जिहड़े आ मोहाली च भी बर्दाश्त करने पे है। ते खास तौर दे उत्ते जिहड़ी घरेलू जिहड़ी बिजली दी सप्लाई है वो भी 7-7 8-8 घंटे कट है, ते जिहड़ी इंडस्ट्री दी सप्लाई है वो भी 4 ਤੋਂ 5 घंटे का कट सी कल। सो दूजे बंदे खबरां इस तरह दी आ रही हैं कि कोला जिहड़ा है बचिया नहीं हैगा, ਤੇ ਥਰਮਲ ਪਲਾਂਟ ਜਿਹੜੇ ਆ ਜੇ ਉਹਨਾਂ ਨੂੰ ਸਮੇਂ ਸਿਰ ਕੋਲਾ ਸਪਲਾਈ ਨਾ ਹੋਇਆ ਤਾਂ ਜਿੰਨੀ ਕੁ ਬਿਜਲੀ ਪ੍ਰੋਡਿਊਸ ਹੁੰਦੀ ਹੈ ਉਹ ਬਿਜਲੀ ਵੀ ਜਿਹੜੀ ਹੈ ਉਹ ਨਹੀਂ ਆਪਣੇ ਕੋਲ ਆਉਣੀ, ਤਾਂ ਮੁਸ਼ਕਲ ਜਿਹੜੀ ਆ ਵੱਧ ਸਕਦੀ ਹੈ। ਇਹਦੇ 'ਚ ਇੱਕ ਗੱਲ ਹੋਰ ਜਿਹੜੀ ਦੱਸਣ ਵਾਲੀ ਹੈ ਉਹ ਇਹ ਹੈ ਵੀ ਜਿਹੜੇ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਨਾਲ ਸਮਝੌਤੇ ਆ, ਉਹਨਾਂ ਸਮਝੌਤਿਆਂ ਦੇ ਵਿੱਚ ਬੜੀ ਕਮਾਲ ਦੀ ਗੱਲ ਇਹ ਹੈ ਕਿ ਕਿਤੇ ਵੀ ਇਹ ਦਰਜ ਨਹੀਂ ਹੈ ਕਿ ਹਾਂ ਤੁਸੀਂ ਕਿੰਨੀ ਬਿਜਲੀ ਜਿਹੜੀ ਹੈ ਡਿਮਾਂਡ ਦੇ ਮੁਤਾਬਿਕ ਸਪਲਾਈ ਕਰਨੀ ਹੈ। ਉਲਟਾ ਇਹ ਆ ਵੀ ਜਦੋਂ ਸੀਜ਼ਨ ਹੁੰਦਾ ਹੈ ਤੇ ਗਰਮੀ ਦਾ ਸੀਜ਼ਨ ਹੈ, ਝੋਨੇ ਦਾ ਸੀਜ਼ਨ ਹੈ, ਬਿਜਲੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਉਦੋਂ ਸਗੋਂ ਬਿਜਲੀ ਦੀ ਜਿਹੜੀ ਪ੍ਰੋਡਕਸ਼ਨ ਹੈ ਉਹ ਘਟਾ ਦਿੰਦੇ ਆ। ਉਹਨਾਂ ਤੇ ਕੋਈ ਰਿਸਟ੍ਰਿਕਸ਼ਨ ਨਹੀਂ, ਕੋਈ ਕਿਸੇ ਕਿਸਮ ਦੀ ਉਹਨਾਂ ਦੀ ਕੋਈ ਕਮਿਟਮੈਂਟ ਨਹੀਂ ਹੈ। ਪੈਸੇ ਸਰਕਾਰ ਦੇ ਜਿਹੜੇ ਆ ਉਹ ਪੂਰੇ ਦੇਣੇ ਆ। मतलब कैप्टन अमरिंदर ਦੇ ਹੁੰਦੇ 5400 ਕਰੋੜ ਰੁਪਏ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਗਿਆ ਸੀ, ਤੇ ਉਸ ਤੋਂ ਬਾਅਦ 1000 ਕਰੋੜ ਰੁਪਇਆ ਜਿਹੜਾ ਆ ਹਰ ਸਾਲ ਦਾ ਤੇ ਜਾਣਾ ਹੀ ਜਾਣਾ ਆ। 25 ਸਾਲ ਤੱਕ ਦੇ ਸਮਝੌਤੇ ਆ, ਕੋਈ 65000 ਕਰੋੜ ਰੁਪਏ ਹਾਲੇ ਹੋਰ ਜਿਹੜਾ ਆ ਉਹਨਾਂ ਨੂੰ ਪੇ ਕਰਨਾ ਹੈ, ਪਰ ਉਹਨਾਂ ਤੇ ਕੋਈ ਰਿਸਟ੍ਰਿਕਸ਼ਨ ਨਹੀਂ ਹੈ ਵੀ ਤੁਸੀਂ ਜਦੋਂ ਸੀਜ਼ਨ ਹੁੰਦਾ ਤੇ ਉਦੋਂ ਡਿਮਾਂਡ ਦੇ ਮੁਤਾਬਕ ਸਪਲਾਈ ਦੇਣੀ ਹੈ। ਡਿਮਾਂਡ ਵੱਧ ਜਾਂਦੀ ਹੈ, ਸਪਲਾਈ ਘਟ ਜਾਂਦੀ ਹੈ, ਉਹਦੇ ਕਰਕੇ ਸਥਿਤੀਆਂ ਜਿਹੜੀਆਂ ਹੋਰ ਵਿਗੜ ਜਾਂਦੀਆਂ। ਤੇ ਬਾਕੀ ਹਾਲਾਤ ਹੋਰ ਵਿਗੜ ਸਕਦੇ ਆ, ਸੰਕਟ ਹੋਰ ਡੂੰਘਾ ਹੋ ਸਕਦਾ ਹੈ। ਤੇ ਦੇਖਦੇ ਹਾਂ, ਸਰਕਾਰ ਦੇ ਯਤਨ ਤਾਂ ਹੈ। ਸਰਕਾਰ ਨੇ ਪਹਿਲਾਂ ਹੀ ਆਪਣੇ ਬਿਜਲੀ ਮੰਤਰੀ ਨੂੰ ਦਿੱਲੀ ਭੇਜਿਆ ਸੀ ਕੇਂਦਰੀ ਮੰਤਰੀਆਂ ਨੂੰ ਮਿਲਣ ਵਾਸਤੇ, ਤੇ ਕਿਹਾ ਜਾ ਰਿਹਾ ਸੀ, ਭਰੋਸਾ ਦਿੱਤਾ ਜਾ ਰਿਹਾ ਸੀ ਵੀ ਸਪਲਾਈ ਜਿਹੜੀ ਹੈ ਉਹ ਜ਼ਰੂਰ ਜਿਹੜੀ ਹੈ ਟਾਈਮ ਸਿਰ ਤੇ ਜਿੰਨੀ ਦੇ ਮੁਤਾਬਕ ਜਾਏਗੀ, ਪਰ ਗੱਲ ਕਿਤੇ ਹਾਲੇ ਸੁਧਰਦੀ ਦਿਖਾਈ ਨਹੀਂ ਦੇ ਰਹੀ ਜੀ। जी अच्छा, बिजली बारे चर्चा बहुत हो रही आ ਤੇ ਐਲਾਨ ਨਵੇਂ ਤੋਂ ਨਵੇਂ ਆਈ ਜਾ ਰਹੇ ਆ। ਭਗਵੰਤ ਮਾਨ ਦਾ ਹੁਣ ਇੱਕ ਬਿਆਨ ਆਇਆ ਕਿ ਜੇ ਬਿਜਲੀ ਦੇ ਬਿੱਲ ਗਲਤ ਗਏ ਕਿਸੇ ਦੇ ਘਰ ਤੇ ਉਹਦੇ ਲਈ ਪਾਵਰਕੌਮ ਵਾਲੇ ਜ਼ਿੰਮੇਵਾਰ ਹੋਣਗੇ। ਤੇ ਬਿਜਲੀ ਦੇ ਬਿੱਲ ਗਲਤ ਜਾਣ ਵਾਲੀਆਂ ਚਲੋ ਖਬਰਾਂ ਤੇ ਉਹ ਛਪਦੀਆਂ ਰਹਿੰਦੀਆਂ ਨੇ, ਪਰ ਇਹਨਾਂ ਐਲਾਨਾਂ ਨਾਲ ਕੰਮ ਨਹੀਂ ਨਾ ਸਰਨਾ। ਇਹਨਾਂ ਨੂੰ ਚਾਹੀਦਾ ਤੇ ਇਹ ਹੈ ਨਾ, ਘੱਟੋ ਘੱਟ ਜਿਹੜੀ ਆ ਗੰਭੀਰਤਾ ਨਾਲ ਉੱਤੇ ਕੋਈ ਨੀਤੀ ਬਣਾਉਣ ਤੇ ਜੋ ਕੁਝ ਹੋ ਰਿਹਾ। ਦੂਜੇ ਪਾਸੇ ਜਿਹੜੇ ਬਿਜਲੀ ਦੇ ਬਿੱਲ 300 ਯੂਨਿਟ 1 ਮਹੀਨੇ ਦੇ ਤੇ 600 ਯੂਨਿਟ 2 ਮਹੀਨੇ ਦੇ ਮਾਫ ਕਰਨ ਵਾਲੀ ਗੱਲ ਆ,
ਉਹਨੂੰ ਪਤਾ ਨਹੀਂ ਬਹੁਤ ਜ਼ਿਆਦਾ ਹਵਾ ਦਿੱਤੀ ਜਾ ਰਹੀ ਹੈ ਕਿ ਇਹਦੇ ਨਾਲ ਜਾਤ ਪਾਤ ਦਾ ਵਿਤਕਰਾ ਸ਼ੁਰੂ ਹੋ ਜਾਏਗਾ ਪੰਜਾਬ 'ਚ। ਔਰ ਜੇ ਕਿਤੇ ਸਹਿੰਦੇ ਲੋਕਾਂ ਦੇ ਉੱਤੇ ਜਿੱਦਾਂ ਪੰਜਾਬ ਕ੍ਰਾਈਸਿਸ 'ਚ ਆ, ਗੱਲਾਂ ਆਪਾਂ ਸਾਰੇ ਵੱਡੀਆਂ ਵੱਡੀਆਂ ਕਰਦੇ ਆ, ਕਹਿੰਦੇ ਆ ਕਿ ਪਰ ਵਿਅਕਤੀ ਜੇ ਥੋੜ੍ਹੇ ਥੋੜ੍ਹੇ ਪੈਸੇ ਪਾ ਕੇ ਆਪਾਂ ਆਪਣਾ, ਜੇ 3 ਕਰੋੜ ਲੋਕ ਆ ਤੇ ਜੇ ਅਸੀਂ 100 ਜਾਂ 500 ਰੁਪਈਆ ਵੀ ਪਾਈਏ ਤੇ ਆਪਣਾ ਕਰਜ਼ੇ ਤੋਂ ਮੁਕਤ ਹੋ ਸਕਦੇ ਆ ਪੰਜਾਬ। ਤੇ ਪੰਜਾਬ ਲਈ ਗੱਲਾਂ ਤੇ ਕਰਦੇ ਤੇ ਪੰਜਾਬ ਲਈ ਕਰਨਾ ਕੋਈ ਕੁਝ ਨਹੀਂ ਚਾਹੁੰਦਾ, ਕੋਈ ਵੀ ਆਪਣਾ ਛੱਡਣਾ ਨਹੀਂ ਚਾਹੁੰਦਾ। ਜਿਹੜੇ ਲੋਕ ਸਹਿੰਦੇ ਆ, ਜੇ ਉਹਨਾਂ ਨੂੰ ਬਿੱਲ ਭਰਨਾ ਵੀ ਪੈ ਜੇ 500 ਤੇ 600 ਯੂਨਿਟ ਦੇ ਉੱਪਰ, ਤੇ ਫਿਰ ਪ੍ਰੋਬਲਮ ਕਿੱਥੇ ਆ? ਇਹਨੂੰ ਕਿਉਂ ਇਸ ਤਰੀਕੇ ਦੀ ਹਵਾ ਦਿੱਤੀ ਜਾ ਰਹੀ ਕਿ ਇਹਦੇ ਨਾਲ ਜਾਤ ਪਾਤ ਫੈਲ ਜਾਣੀ ਆ? ਹਾਂ, ਇਕਨੋਮਿਕਲੀ ਵੇਖਣ ਦਾ ਕੋਈ ਨਜ਼ਰੀਆ ਬਣਾ ਲੇ ਸਰਕਾਰ, ਇਸ ਤਰ੍ਹਾਂ ਦਾ ਕੋਈ ਇਹਨਾਂ ਕੋਲ ਡੇਟਾ ਹੋਵੇ ਕਿ ਕੌਣ ਲੋਕ ਲੋੜਵੰਦ ਨੇ ਤੇ ਉਹਨਾਂ ਦੀ ਜ਼ਰੂਰ ਮਾਫ ਕਰਨ। ਹੁਣ ਤੇ ਇਹ ਵੀ ਉਲਟਾ ਹੋਣਾ ਸ਼ੁਰੂ ਹੋ ਗਿਆ ਕਿ ਜਿਹੜੇ ਲੋਕ ਇਨਕਮ ਟੈਕਸ ਭਰਦੇ ਆ ਉਹਨਾਂ ਨੂੰ ਵੀ ਮਾਫ ਨਹੀਂ ਹੋਏਗੀ। ਜਿਹੜੇ ਲੋਕ ਕਈ ਕੁਝ ਹੈ ਜੀ ਉਹ 'ਚ, ਮੈਂ ਜਿੱਦਾਂ ਦੀ ਅੱਜ ਕਿਤੇ ਵੇਖ ਰਿਹਾ ਸੀ, ਪਤਾ ਨਹੀਂ ਉਹ 'ਚ ਸੱਚਾਈ ਕਿੰਨੀ ਕਿਆ, ਤੇ ਕੁਝ ਲੋਕ ਇਸ ਚੀਜ਼ ਨੂੰ ਬੜੀ ਹਵਾ ਦੇ ਰਹੇ ਵੀ ਇਹ ਸਰਕਾਰ ਦਾ ਬੜਾ ਵੱਡਾ ਗਲਤ ਫੈਸਲਾ ਆ। ਦੋ ਗੱਲਾਂ ਨੇ। ਜਿਹੜੀ ਤਾਂ ਭਗਵੰਤ ਮਾਨ ਹੋਰਾਂ ਦਾ ਬਿਆਨ ਹੈ ਉਹ ਸੁਚੇਤ ਕਰਦਾ ਜਾਂ ਚੌਕਸ ਕਰਦਾ ਪਾਵਰਕਾਮ ਦੇ ਜਿਹੜੇ ਮੀਟਰ ਰੀਡਰ ਹੈ ਉਹਨਾਂ ਨੂੰ, ਖਾਸ ਤੌਰ ਦੇ ਉੱਤੇ ਵੀ ਜੇ ਤੁਸੀਂ ਰੀਡਿੰਗ ਕਰਨ ਜਾਂਦੇ ਹੋ ਤੇ ਗਲਤ ਰੀਡਿੰਗ ਹੋਈ ਤਾਂ ਤੁਹਾਡੇ ਤੇ ਵੀ ਮਹਿਕਮੇ ਵੱਲੋਂ ਸਖਤ ਕਾਰਵਾਈ ਹੋਏਗੀ। ਉਹਦੀ ਵਿਆਖਿਆ ਕੁਝ ਇਸ ਤਰ੍ਹਾਂ ਕਰਦੇ ਆ ਵੀ ਗਲਤ ਰੀਡਿੰਗ ਤੋਂ ਭਾਵ ਉਹਨਾਂ ਦਾ ਇਹ ਹੈ ਵੀ ਇੱਥੇ ਵੀ ਕੋਈ ਮਿਲੀ ਭੁਗਤ ਨਾ ਹੋ ਜਾਵੇ। ਜਿਹੜਾ ਮੀਟਰ ਰੀਡਰ ਹੈ ਉਦੋਂ ਉਹਨੂੰ 150, 200, 500 ਰੁਪਈਆ ਦੇ ਕੇ ਜਿਹੜਾ ਖਪਤਕਾਰ ਹੈ ਉਹ ਆਪਣੀ ਮਰਜ਼ੀ ਨਾਲ ਰੀਡਿੰਗ ਨਾ ਕਰਵਾ ਲਵੇ, ਵੀ ਹਾਂ 600 ਯੂਨਿਟ ਤੋਂ ਥੱਲੇ ਰੀਡਿੰਗ ਦੇਵੇ, ਉਹ ਵੱਧ ਨਾ ਦੇਵੇ। ਜਾਂ ਫਿਰ ਜਿਹੜੇ ਕੁਝ ਲੋਕ ਇੱਦਾਂ ਦੇ ਆ ਜਿਹੜੇ ਸਮਝਦੇ ਆ ਵੀ ਹਾਂ ਗੁਆਂਢੀ ਤਾਂ ਮੌਜਾਂ ਲੈਣ ਡਿਆ ਤੇ ਅਸੀਂ ਜਿਹੜੇ ਆ 600 ਤੋਂ ਜ਼ਿਆਦਾ ਯੂਨਿਟ ਜੇ ਖਰਚਦੇ ਆ ਤੇ ਸਾਨੂੰ ਸਾਰੇ ਪੈਸੇ ਦੇਣੇ ਪੈਣੇ ਆ, ਤੇ ਉਹ ਲੈ ਦੇ ਕਰਕੇ ਕੋਈ ਗੁਆਂਢੀਆਂ ਦੇ ਜਿਨ੍ਹਾਂ ਦੇ 600 ਤੋਂ ਘੱਟ ਯੂਨਿਟ ਆਉਣੇ ਉਹਨਾਂ ਨੇ ਪ੍ਰਭਾਵ ਜਾ ਕਰ। ਸੋ ਏਦਾਂ ਦਾ ਕਈ ਕੁਝ ਹੋਣ ਦੀ ਸੰਭਾਵਨਾ ਜਿਹੜੀ ਹੈਗੀ ਆ, ਜਿਹਨੂੰ ਭਗਵੰਤ ਮਾਨ ਹੋਰਾਂ ਨੇ ਕਿਹਾ ਕਿ ਇਹ ਕੰਮ ਨਹੀਂ ਹੋਣਾ ਚਾਹੀਦਾ ਤੇ ਇਹਦੇ ਲਈ ਬਹੁਤ ਇਮਾਨਦਾਰਾਨਾ ਤਰੀਕੇ ਦੇ ਨਾਲ ਕੰਮ ਕਰਨਾ ਚਾਹੀਦਾ। ਜੇ ਇਸ ਤਰ੍ਹਾਂ ਦੀ ਕੋਈ ਗੜਬੜੀ ਪਾਈ ਗਈ ਤਾਂ ਉੱਤੇ ਐਕਸ਼ਨ ਹੋਏਗਾ। ਇਹ ਤਾਂ ਚਲੋ ਵੱਖਰੀ ਗੱਲ ਹੈ। ਜਿਹੜੀ ਗੱਲ ਤੁਸੀਂ ਦੂਸਰੀ ਕਹੀ ਹੈ ਉਹ ਹੈ ਕਿ ਸਰਕਾਰ 2 ਦਿਨ ਬਾਅਦ ਇੱਕ ਸਟੈਪ ਪਿੱਛੇ ਚਲੀ ਗਈ ਹੈ। ਇਹ ਨਹੀਂ ਕਿ ਜਿਹੜੀ ਤੁਸੀਂ ਕਿਹਾ ਵੀ ਹਾਂ ਮੈਂ ਕਿਤੇ ਦੇਖ ਰਿਹਾ ਸੀ, ਉਹ ਖਬਰ ਸੱਚੀ ਹੈ। ਬਿਜਲੀ ਮੰਤਰੀ ਨੇ ਕੱਲ ਕਹਿਤਾ ਵੀ ਜਿਹੜਾ SC ਜਾਂ BC ਵਰਗ ਹੈ ਉਹ ਵੀ ਉਹੀ ਜਿਹੜੇ ਲੋਕ ਹੈ ਉਹਨਾਂ ਨੂੰ 600 ਯੂਨਿਟ ਤੱਕ ਫ੍ਰੀ ਹੈ। ਮਤਲਬ ਜਿਹੜੇ 1 ਕਿਲੋਵਾਟ ਵਾਲੇ 1 ਕਿਲੋਵਾਟ ਦਾ ਜਿਹਨਾਂ ਕੋਲ ਕਨੈਕਸ਼ਨ ਲੋਡ ਜਿਹੜਾ ਕਨੈਕਸ਼ਨ ਹੈ 1 ਕਿਲੋਵਾਟ, ਸਮਝ ਗਿਆ ਜੀ। ਲੋਡ ਦੂਜਾ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਜਿਹੜਾ ਇਨਕਮ ਟੈਕਸ ਵੀ ਭਰਦਾ ਹੋਊਗਾ ਉਹ ਵੀ ਇਹਦੇ 'ਚ ਨਹੀਂ ਆਊਗਾ, ਉਹਨੂੰ ਵੀ ਪੂਰਾ ਬਿੱਲ ਜਿਹੜਾ ਭਰਨਾ ਪਊਗਾ। ਤੇ ਇਹਦੇ ਨਾਲ ਕੀ ਹੋਣਾ ਬਈ ਜਿਹੜੀ ਜਦੋਂ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਤਾਂ ਉਹ ਸਾਰੇ ਵਰਗ ਲਈ ਸੀ, SC BC ਜਾਂ ਜਿਹੜੇ BPL ਪਰਿਵਾਰ ਹੈਗੇ ਆ ਉਹਨਾਂ ਲਈ, ਤੇ ਜਿਹੜਾ ਜਨਰਲ ਵਰਗ ਸੀ ਉਹਲੇ ਕਰ ਦਿੱਤਾ ਗਿਆ ਸੀ ਵੀ 600 ਯੂਨਿਟ ਤੋਂ ਜ਼ਿਆਦਾ ਜੇ ਤੁਹਾਡਾ ਆਉਂਦਾ 610 ਆ ਗਏ, 640 ਆ ਗਏ ਤਾਂ ਫਿਰ 640 ਦੇ ਪੈਸੇ ਦੇਣੇ ਪੈਣੇ ਆ। ਬਾਕੀ ਜਿਹੜਾ ਵਰਗ ਸੀਗੇ SC BC ਉਹਨਾਂ ਲਈ ਕੀਤਾ ਗਿਆ ਸੀ ਵੀ 600 ਤੋਂ ਜ਼ਿਆਦਾ ਵੀ ਆ ਗਿਆ ਤਾਂ 600 ਤੋਂ ਜ਼ਿਆਦਾ ਜਿੰਨਾ ਆਉਂਦਾ ਉਨਾ ਹੀ ਦੇਣਾ ਪੈਣਾ, 10 ਯੂਨਿਟ ਜਾਂ 40 ਯੂਨਿਟ ਦਾ 600 ਤੁਹਾਨੂੰ ਪੱਕਾ ਹੀ ਮਾਰਦਾ। ਹੁਣ ਜਦੋਂ ਜਨਰਲ ਵਰਗ ਵੱਲੋਂ ਜਾਂ ਆਮ ਜਿਹੜੇ ਲੋਕ ਆ ਉਹਨਾਂ ਨੇ ਸੋਸ਼ਲ ਮੀਡੀਆ ਤੇ ਇਹਨੂੰ ਬਹੁਤ ਜ਼ਿਆਦਾ ਕ੍ਰਿਟਿਸਾਈਜ਼ ਕੀਤਾ ਵੀ ਇਕਸਾਰਤਾ ਚਾਹੀਦੀ ਹੈ। ਇਹਦੇ ਨਾਲ ਜਾਤ ਪਾਤ ਦੀ ਵੀ ਗੱਲ ਹੋਈ ਵੀ ਵੰਡ ਜਿਹੜੀ ਹੈ ਨਵੀਂ ਪਾ ਦਿੱਤੀ ਗਈ ਹੈ, ਉਹ ਆਲੋਚਨਾ ਬੜੀ ਤਿੱਖੀ ਹੋਈ। ਉਸ ਆਲੋਚਨਾ ਤੋਂ ਬਾਅਦ ਅਚਾਨਕ ਹੀ 3 ਦਿਨ ਬਾਅਦ ਬਿਜਲੀ ਮੰਤਰੀ ਦਾ ਇਸ ਤਰੀਕੇ ਨਾਲ ਕਹਿਣਾ ਤੇ ਇੱਕ ਕਿਸਮ ਦਾ ਸਰਕਾਰ ਦਾ ਫੈਸਲਾ ਬਦਲ ਲੈਣਾ, ਉਹਦੇ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਇਹ ਜਾਂ ਤਾਂ ਸ਼ੁਰੂ ਦੇ ਵਿੱਚ ਜਿਹੜਾ ਕੰਮ ਕਰਦੀ ਹੈ, ਫੈਸਲੇ ਕਰ ਲੈਂਦੀ ਹੈ ਤੇ ਫਿਰ ਉਹ ਜਦੋਂ ਲਾਗੂ ਕਰਨ ਦੀ ਗੱਲ ਆਉਂਦੀ ਹੈ ਤੇ ਫਿਰ ਉਹ ਮੈਨੂੰ ਲੱਗਦਾ ਕਿ ਸ਼ੁਰੂਆਤ ਹੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜਿਹੜੀ ਹੈ ਉਹ ਇੱਕ ਬਹੁਤ ਵੱਡੇ ਦਬਾਅ 'ਚ ਹੋਈ ਹੈ। ਉਹ ਦਬਾਅ ਜਦੋਂ ਕੋਈ ਫੈਸਲਾ ਉਹ ਕਰ ਲੈਂਦੇ ਆ ਤੇ ਉਹ ਹੋਰ ਵੱਧ ਜਾਂਦਾ ਹੈ ਤੇ ਫਿਰ ਉਹ ਫੈਸਲੇ ਵਾਪਸ ਲੈਣ ਲਈ ਮਜਬੂਰ ਹੋ ਜਾਂਦੇ ਆ। ਮਤਲਬ ਇਹਦੇ ਨਾਲ ਕੋਈ ਗੁੱਡਵਿਲ ਨਹੀਂ ਬਣਦੀ ਸਰਕਾਰ ਦੀ। ਸਰਕਾਰ ਚਤਰਫਾ ਜਿਹੜੀ ਹੈ ਇਸ ਮਸਲੇ 'ਤੇ ਘਿਰ ਗਈ ਹੈ ਜੀ।
ਇਹ ਤਾਂ ਦਸਾਂਝ ਸਾਹਿਬ ਇਹਨਾਂ ਦਾ ਆਪੇ ਕੀਤਾ ਕੰਮ ਆ। ਅਜੇ ਤੇ ਵੱਡੇ ਮੁੱਦਿਆਂ ਵਾਲੇ ਪਾਸੇ ਜਿਹੜਾ ਵਾ ਉਹ ਵਧਿਆ ਜਾਣਾ ਆ। ਕਿਹਾ ਜਾ ਰਿਹਾ, ਮੈਂ ਅੱਜ ਵੜਿੰਗ ਸਾਹਿਬ ਦਾ, ਰਾਜਾ ਵੜਿੰਗ, ਅਜੇ ਉਹਨਾਂ ਨੇ ਆਪਣਾ ਕਾਰਜ ਭਾਗ ਵੀ ਨਹੀਂ ਸੰਭਾਲਿਆ ਤੇ ਉਹਨਾਂ ਦਾ ਬਿਆਨ ਮੈਂ ਦੇਖ ਰਿਹਾ ਸੀ SYL ਨੂੰ ਲੈ ਕੇ। ਜਿਹੜੇ ਪੰਜਾਬ ਦੇ ਭਾਵਕ ਮੁੱਦੇ ਆ, ਅਜੇ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਉਹਨਾਂ ਨੇ ਉਹਦੇ ਵਿੱਚ ਉਲਝਾਉਣਾ ਇਹਨਾਂ ਨੂੰ, ਤੇ SYL ਦੇ ਮੁੱਦੇ ਦੇ ਉੱਤੇ ਉਹ ਕਹਿ ਰਹੇ ਆ ਕਿ ਇਹ ਬੜਾ ਪੰਜਾਬ ਦੇ ਭਵਿੱਖ ਨਾਲ ਜੁੜਿਆ ਹੋਇਆ ਮੁੱਦਾ ਆ, ਸਰਕਾਰ ਗੰਭੀਰਤਾ ਨਾਲ ਇਹ 'ਤੇ ਕਰੇ ਵਿਚਾਰ। ਤੇ ਹਰਿਆਣੇ ਵਾਲੇ ਜਿਹੜੇ ਆ ਉਹਨਾਂ ਨੇ ਵੀ ਕਹਿ ਦਿੱਤਾ ਕਿ ਅਸੀਂ ਸੁਪਰੀਮ ਕੋਰਟ 'ਚ ਦੁਬਾਰਾ ਇਸ ਮਸਲੇ ਨੂੰ ਲੈ ਕੇ ਜਾ ਸਕਦੇ ਹਾਂ। ਸੋ ਇਹ ਜਿਹੜਾ ਖਿੱਚੋਤਾਣ ਆ, ਇਹ ਕਿਤੇ ਨਾ ਕਿਤੇ ਫੇਰ ਕਿਤੇ ਪੁਰਾਣਾ ਮਾਹੌਲ ਤਾਂ ਨਹੀਂ ਸਿਰਜਦਾ ਕਿ ਪੰਜਾਬ ਵਰਸਸ ਹਰਿਆਣਾ ਜੋ ਸਰਕਾਰ ਚਾਹ ਰਹੀ ਆ ਕੇਂਦਰ ਦੀ, ਕਿਸ ਤਰ੍ਹਾਂ ਦਾ ਮਾਹੌਲ ਬਣ ਜਾਏ ਤਾਂ ਕਿ ਜਿਹੜੀ ਆਮ ਆਦਮੀ ਪਾਰਟੀ ਹਰਿਆਣੇ 'ਚ ਆਪਣੇ ਪੈਰ ਨਾ ਜਮਾ ਸਕੇ। ਔਰ ਦੂਜੇ ਪਾਸੇ ਆਮ ਲੋਕਾਂ 'ਚ ਪ੍ਰਭਾਵ ਜਾ ਰਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਹਥੈਸ਼ੀ ਸ਼ਾਇਦ ਕੰਮ ਨਾ ਕਰ ਸਕੇ, ਕਿਉਂਕਿ ਉਹਨਾਂ ਦੀ ਵਾਗਡੋਰ ਜਿਹੜੀ ਆ ਉਹ ਕੇਜਰੀਵਾਲ ਹੋਰਾਂ ਦੇ ਹੱਥ 'ਚ ਆ, ਤੇ ਕੇਜਰੀਵਾਲ ਨਹੀਂ ਬੇਸਿਕਲੀ ਹਰਿਆਣਵੀ ਨੇ ਤੇ ਪੰਜਾਬ ਨਾਲ ਉਹਨਾਂ ਦਾ ਉਸ ਤਰ੍ਹਾਂ ਦਾ ਮੋਹ ਨਹੀਂ, ਹਾਲਾਂਕਿ ਪੰਜਾਬੀਆਂ ਨੇ ਉਹਨਾਂ ਨਾਲ ਬੜਾ ਮੋਹ ਪਾਲਿਆ ਜੀ। ਦੇਖੋ, ਜਿਹੜੀ ਤਾਂ ਗੱਲ ਪਹਿਲੀ ਆਪਾਂ ਕਰ ਰਹੇ ਸੀ ਉਹਦੇ 'ਚ ਜਦੋਂ ਆਪਾਂ ਸਰਕਾਰ ਦੀ ਗੱਲ ਕਰਦੇ ਹਾਂ ਤੇ ਮੈਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ ਨੂੰ, ਭਗਵੰਤ ਮਾਨ ਹੋਰਾਂ ਨੂੰ, ਉਹਨਾਂ ਦੀ ਟੀਮ ਨੂੰ, ਅਸੀਂ ਅੱਗੇ ਵੀ ਇਹ ਗੱਲ ਕਹੀ ਆ, ਬਹੁਤ ਜ਼ਿਆਦਾ ਚੌਕਸੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਬਹੁਤ ਸੁਚੇਤ ਹੋ ਕੇ ਫੈਸਲੇ ਪਹਿਲਾਂ ਤੇ ਉਹਨਾਂ ਨੂੰ ਐਲਾਨਣ ਤੋਂ ਪਹਿਲਾਂ ਕਿ ਅਸੀਂ ਹੁਣ ਇਹਨੂੰ ਲਾਗੂ ਕਰਨ ਲੱਗੇ ਹਾਂ, ਬਹੁਤ ਚੌਕਸੀ ਤੇ ਸੁਚੇਤ ਹੋ ਕੇ ਜਿਹੜਾ ਆ ਉਹ ਸਾਰੀ ਕੱਲੀ ਚੀਜ਼ ਵਿਚਾਰਨ ਦੀ ਜ਼ਰੂਰਤ ਹੈ। ਕਾਹਲੀ 'ਚ ਲਏ ਗਏ ਫੈਸਲੇ ਜੇ ਤੁਹਾਨੂੰ ਫਿਰ ਬਦਲਣੇ ਪੈਂਦੇ ਆ ਤਾਂ ਫਿਰ ਸਰਕਾਰ ਦੀ ਜਿਹੜੀ ਆ ਕਾਫੀ ਨਮੋਸ਼ੀ ਵਾਲੀ ਸਥਿਤੀ ਬਣ ਜਾਂਦੀ ਹੈ। ਹੁਣ ਇਸ ਮਸਲੇ ਤੇ ਜਿਹੜਾ ਬਿਜਲੀ ਵਾਲਾ ਇਸ਼ੂ ਹੈ, ਮਤਲਬ ਜਿੱਦਾਂ ਸਾਰੀ ਗੱਲਬਾਤ ਹੋਈ ਹੈ, ਜਿੱਦਾਂ ਪੰਜਾਬ ਦੇ ਅਫਸਰ ਜਿਹੜੇ ਗਏ ਉੱਥੇ ਦਿੱਲੀ ਅਰਵਿੰਦ ਕੇਜਰੀਵਾਲ ਨੂੰ ਮਿਲੇ, ਤੇ ਉਹ ਤੋਂ ਬਾਅਦ ਬਹੁਤ ਸਖਤ ਨੁਕਤਾਚੀਨੀ ਹੋਈ ਤੇ ਜਿਵੇਂ ਕਿਹਾ ਭਗਵੰਤ ਮਾਨ ਨੇ ਕਿ ਉਹ ਤਾਂ ਟ੍ਰੇਨਿੰਗ ਲਈ ਗਏ ਸੀ ਤੇ ਤੁਸੀਂ ਦੇਖੋ, ਤੁਸੀਂ ਸਾਨੂੰ ਕਹੋਗੇ ਕਿ ਤੁਸੀਂ ਠੀਕ ਕੀਤਾ ਉਹਨਾਂ ਨੂੰ ਉੱਥੇ ਦਿੱਲੀ ਭੇਜ ਕੇ ਕੇਜਰੀਵਾਲ ਦੇ ਕੋਲ, ਜਦੋਂ 16 ਤਰੀਕ ਨੂੰ ਅਸੀਂ ਤੁਹਾਡੇ ਵਾਸਤੇ ਇੱਕ ਬਹੁਤ ਸ਼ਾਨਦਾਰ ਐਲਾਨ ਕਰਾਂਗੇ ਤੇ ਤੁਸੀਂ ਫਿਰ ਤਾਂ ਅਸੀਂ ਭਾਵੇਂ ਇਹਨਾਂ ਨੂੰ ਗੁਜਰਾਤ ਵੀ ਭੇਜ ਦਈਏ ਤਾਂ ਤੁਸੀਂ ਖੁਸ਼ੀ ਕਿਹਾ ਕਰਨਾ ਵੀ ਭੇਜੋ ਇਹਨਾਂ ਅਫਸਰਾਂ ਨੂੰ, ਭੇਜੋ ਟ੍ਰੇਨਿੰਗ ਲਈ ਭੇਜੋ। ਹੁਣ 16 ਤਰੀਕ ਨੂੰ ਜਿਸ ਤਰੀਕੇ ਦਾ ਐਲਾਨ ਕੀਤਾ ਗਿਆ, ਉਹ ਐਲਾਨ ਲਾਜ਼ਮੀ ਹੈ ਕਿ ਇੱਕ ਵੱਡਾ ਜਿਹੜਾ ਵਰਗ ਹੈ, ਜਿਹੜਾ 600 ਯੂਨਿਟ, ਜਿਹੜਾ ਪਹਿਲੀ ਗੱਲ ਤਾਂ 300 ਯੂਨਿਟ ਪਰ ਮੰਥ ਦਾ ਐਲਾਨ ਕਰਤਾ ਉਹਨਾਂ ਨੇ। ਪਹਿਲਾਂ ਸੀਗਾ ਵੀ 300 ਯੂਨਿਟ ਓਵਰਆਲ ਵੀ 2 ਮਹੀਨੇ ਬਾਅਦ ਬਿੱਲ ਆਉਂਦਾ ਸ਼ਾਇਦ ਹੋਣਾ, ਪਰ ਉਹਨਾਂ ਨੇ 2 ਮਹੀਨੇ ਦਾ 600 ਯੂਨਿਟ ਦਾ ਐਲਾਨ ਕਰ ਦਿੱਤਾ। ਉਹਦੇ ਕਰਕੇ ਕਾਫੀ ਵੱਡਾ ਵਰਗ ਜਿਹੜਾ ਉਹਨੇ ਰਾਹਤ ਮਹਿਸੂਸ ਕੀਤੀ ਸੀ ਵੀ ਜੇ ਸਹੀ ਹੈ ਵੀ ਚਾਹੇ ਉਹਨੂੰ ਐਲਾਨ ਬਾਅਦ ਵਿੱਚ ਕ੍ਰਿਟੀਸਾਈਜ਼ ਹੋਇਆ ਵੀ ਇਹ ਜਾਤ ਪਾਤ ਹੋ ਗਈ ਆ ਜੀ, ਇਹ ਆ ਉਹ ਆ, ਪਰ ਵੱਖਰੀ ਗੱਲ ਹੈ ਇੱਕ ਵੱਡਾ ਵਰਗ ਜਿਹੜਾ ਆ ਪੰਜਾਬ ਦਾ ਉਹਨੇ ਰਾਹਤ ਮਹਿਸੂਸ ਕੀਤੀ ਸੀ ਵੀ ਜੇ ਸਾਡਾ 600 ਤੋਂ ਵੱਧ ਵੀ ਆ ਗਿਆ ਤਾਂ ਜੇ 50 ਯੂਨਿਟ ਵੱਧ ਵੀ ਆ ਗਏ ਤਾਂ ਅਸੀਂ 50 ਯੂਨਿਟ ਦੇ ਪੈਸੇ ਦੇਣੇ ਆ। ਤੇ ਇਹ ਕਾਫੀ ਵੱਡੀ ਗੱਲ ਸੀ ਤੇ ਉਹਨੂੰ 3 ਦਿਨ ਬਾਅਦ ਜੇ ਬਦਲਣਾ ਪਵੇ ਇੱਕ ਦਬਾਅ ਦੇ ਵਿੱਚ, ਫਿਰ ਦੁਬਾਰਾ ਜੇ ਹੁਣ ਕੋਈ ਫੈਸਲਾ ਕਰਦਾ ਤੇ ਉਹ ਫੈਸਲੇ ਨੂੰ ਐਲਾਨਣ ਤੋਂ ਪਹਿਲਾਂ 100 ਵਾਰ ਇਹ ਸਰਕਾਰ ਸੋਚ ਲਵੇ ਵੀ ਕਿਤੇ ਤੁਸੀਂ ਫਿਰ ਦਬਾਅ ਦੇ ਵਿੱਚ ਆ ਕੇ ਉਹਨੂੰ ਬਦਲਣਾ ਤਾਂ ਨਹੀਂ। ਇਹ ਤਾਂ ਮੈਨੂੰ ਲੱਗਦਾ ਕਿ ਬਹੁਤ ਵੱਡਾ ਫੇਲਿਅਰ ਹੈ। ਸ਼ੁਰੂ ਦੇ ਵਿੱਚ ਇੱਕ ਸਰਕਾਰ ਦਾ ਇੱਕ ਫੇਲਿਅਰ ਆ ਗਿਆ ਜਿਹਨੂੰ ਇੱਕ ਬਹੁਤ ਵੱਡੀ ਕਾਮਯਾਬੀ ਉਹ ਦੱਸਣ ਦੀ ਗੱਲ ਕਰਦੇ ਸੀ ਕਿ ਵੀ ਸਾਡੀ ਬਹੁਤ ਵੱਡੀ ਕਾਮਯਾਬੀ। ਸੋ ਇੱਕ ਗੱਲ ਤਾਂ ਇਹ ਮੈਂ ਕਹਿਣੀ ਚਾਹੁੰਦਾ ਸੀ ਕਿ ਸਰਕਾਰ ਨੂੰ ਬਹੁਤ ਸੁਚੇਤ ਹੋ ਕੇ ਇਨ ਫਿਊਚਰ ਜਿਹੜੇ ਫੈਸਲੇ ਕਰਦੇ ਆ ਉਹਨੂੰ ਬੈਠ ਕੇ ਵੀ ਤੁਹਾਨੂੰ ਆਪਣੇ ਫੈਸਲੇ ਰਿਵਰਸ ਨਾ ਕਰਨੇ ਪੈਣ। ਤੁਸੀਂ ਨਰਿੰਦਰ ਮੋਦੀ ਦੀ ਗੱਲ ਕਰਦੇ ਹੋ ਵੀ ਦੇਖੋ ਜੀ ਉਹ ਬੜਾ ਹਾਰਡ ਡਿਸੀਜਨ ਲੈਂਦੇ ਆ ਤੇ ਫਿਰ ਜਿਹੜਾ ਲੈ ਲੈਂਦੇ ਆ ਬਦਲਦੇ ਨਹੀਂ। ਉਹਨੇ ਤਾਂ ਸਾਰੇ ਦੇਸ਼ ਦਾ ਵਿਰੋਧ 1 ਸਾਲ ਚੱਲਿਆ, ਉਸ ਤੋਂ ਬਾਅਦ ਜਿਹੜਾ ਉਹ ਵਿਰੋਧ ਹੈ ਉਹ ਉਦਾਂ ਦਾ ਵਿਰੋਧ ਜੇ ਕੱਲ ਨੂੰ ਭਗਵੰਤ ਮਾਨ ਦੀ ਸਰਕਾਰ ਨੂੰ ਬਰਦਾਸ਼ਤ ਕਰਨਾ ਪਵੇ ਤਾਂ ਫਿਰ ਕੀ ਬਣੇ। ਨਰਿੰਦਰ ਮੋਦੀ ਨੇ ਤਾਂ 1 ਸਾਲ ਦਿੱਲੀ ਦੀਆਂ ਰੂਹਾਂ ਤੇ ਜਿਸ ਤਰ੍ਹਾਂ ਦਾ ਵਿਰੋਧ ਚੱਲਿਆ ਦੁਨੀਆ 'ਚ ਕਿਸੇ ਸਰਕਾਰ ਨੇ ਨਹੀਂ ਚੱਲਿਆ, ਪਰ ਉਹ 1 ਸਾਲ ਚੱਲ ਗਿਆ। 1 ਸਾਲ ਬਾਅਦ ਉਹ ਵੀ ਚੋਣਾਂ ਸੀਗੀਆਂ ਸਿਰ ਤੇ, ਤਾਂ ਮਜਬੂਰੀ 'ਚ ਉਹਨੇ ਜਿਹੜੇ 3 ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ। ਤੁਸੀਂ ਤਾਂ 3 ਦਿਨ ਨਹੀਂ ਵਿਰੋਧ ਬਰਦਾਸ਼ਤ ਕਰ ਸਕੇ, 3 ਦਿਨ, ਉਹ ਵੀ ਸੋਸ਼ਲ ਮੀਡੀਆ ਤੇ, ਕੋਈ ਜਨਤਕ ਵਿਰੋਧ ਨਹੀਂ ਸੀ। ਸੋ ਇਸ ਕਰਕੇ ਅਗਲੇ ਫੈਸਲੇ ਜੇ ਕਰਦੇ ਆ ਸਰਕਾਰ ਨੇ ਤਾਂ ਬਹੁਤ ਸੋਚ ਸਮਝ ਕੇ ਕਰੇ, ਵਾਪਸ ਨਾ ਲੈਣੇ ਪੈਣ ਜੇ ਫੈਸਲੇ ਕੀਤੇ ਆ। ਦੂਜੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਉਹ ਜਿਹੜਾ ਪਾਣੀ ਵਾਲਾ ਇਸ਼ੂ ਆ, ਦੇਖੋ ਇਹ ਗੱਲ ਠੀਕ ਹੈ ਤੁਹਾਡੀ, ਇਕੱਲੀ ਭਾਰਤੀ ਜਨਤਾ ਪਾਰਟੀ ਨਹੀਂ, ਮੈਂ ਤਾਂ ਨਾਲ ਇਹ ਵੀ ਜੋੜਦਾ ਜਿੱਦਾਂ ਰਾਜਾ ਵੜਿੰਗ ਦਾ ਤੁਸੀਂ ਜ਼ਿਕਰ ਕੀਤਾ
ਕਾਂਗਰਸ ਪਾਰਟੀ ਵੀ ਇਹ ਚਾਹੇਗੀ ਕਿ ਜਿਹੜੇ ਬੇਸਿਕ ਜਾਂ ਬੁਨਿਆਦੀ ਜਿਹੜੇ ਮੁੱਦੇ ਆ ਉਹਨਾਂ ਵੱਲ ਤਾਂ ਸਰਕਾਰ ਦਾ ਧਿਆਨ ਹੀ ਨਾ ਜਾਵੇ, ਉਲਝ ਜਾਵੇ ਉਹ ਇਦਾਂ ਦੇ ਜਿਹੜੇ ਇਸ਼ੂਜ਼ ਹੈਗੇ ਆ, ਜਿਹੜੇ ਇਸ਼ੂ ਜਿਹੜੇ ਆ ਬਾਰ-ਬਾਰ ਝਗੜੇ ਦਾ ਬਾਬੇ ਜਾਂ ਜਾਣਬੁੱਝ ਕੇ ਝਗੜੇ ਦਾ ਮਾਹੌਲ ਪੈਦਾ ਕਰਦੇ ਜਿਹੜੇ ਸਿਆਸੀ ਬੰਦੇ ਆ। ਉਹ ਚਾਹਣਗੇ ਕਿ SYL ਦਾ ਇਸ਼ੂ ਹੋਵੇ, ਪਾਣੀਆਂ ਦਾ ਇਸ਼ੂ ਹੋਵੇ, ਚੰਡੀਗੜ੍ਹ ਦਾ ਇਸ਼ੂ ਹੋਵੇ, ਇਹਦੇ ਤੇ ਸਰਕਾਰ ਜਿਹੜੀ ਇੱਧਰ ਹੀ ਉਹਦਾ ਜ਼ੋਰ ਲੱਗਾ ਰਵੇ। ਸਾਰੀ ਊਰਜਾ ਜਿਹੜੀ ਆ ਭਗਵੰਤ ਮਾਨ ਸਰਕਾਰ ਦੀ ਇਸ ਪਾਸੇ ਲੱਗੀ। ਇਸੇ ਕਰਕੇ ਕਹਿਤਾ ਰਾਜਾ ਵੜਿੰਗ ਨੇ, ਉਧਰ ਠੀਕ ਹੈ ਚੋਣਾਂ ਹਰਿਆਣੇ ਦੀਆਂ BJP ਵੀ ਚਾਹੇਗੀ ਇਹ ਸਾਰਾ ਕੁਝ ਹੋਵੇ। ਉਹਨਾਂ ਨੇ ਕੰਟੈਂਪਟ ਪਟੀਸ਼ਨ ਪਾਉਣ ਦੀ ਤਿਆਰੀ ਕਰ ਲਈ ਹੈ SYL ਦੇ ਇਸ਼ੂ ਦੇ ਉੱਤੇ। ਉਹ ਕਹਿੰਦੇ 2 ਵਾਰ ਸੁਪਰੀਮ ਕੋਰਟ ਜਿਹੜਾ ਕਹਿ ਚੁੱਕਾ ਹੈ ਵੀ ਪੰਜਾਬ ਵਾਲੇ ਜਿਹੜੇ ਆ ਸਤਲੁਜ ਯਮੁਨਾ ਲਿੰਕ ਨਹਿਰ ਪੂਰੀ ਕਰਨ, ਉਹ ਕਰਨ ਦੀ ਥਾਂ ਦੇ ਉੱਤੇ ਨਹਿਰ ਤਾਂ ਪੂਰ ਦਿੱਤੀ ਗਈ, ਜਿੰਨੀ ਕੁ ਬਣੀ ਸੀ ਉਹ ਵੀ ਪੂਰ ਦਿੱਤੀ ਤੇ ਨੋਟੀਫਾਈ ਕਰਕੇ ਜਿਹੜੀ ਜ਼ਮੀਨ ਹੈ ਉਹ ਵੀ ਕਿਸਾਨਾਂ ਨੂੰ ਮੋੜ ਦਿੱਤੀ ਗਈ ਜਿਹੜੀ ਨਹਿਰ ਤੇ ਲਈ ਇੱਕ ਵਾਇਰਸ। ਤੇ ਇਸ ਕਰਕੇ ਕੰਟੈਂਪਟ ਪਟੀਸ਼ਨ ਅਸੀਂ ਪਾਉਣ ਲੱਗੇ ਹਾਂ। ਉਹਨਾਂ ਨੇ ਕਹਿ ਦਿੱਤਾ ਹਰਿਆਣੇ ਵਾਲਿਆਂ ਉਹ ਪਾਉਣਗੇ। ਤੇ ਇਧਰ ਰਾਜਾ ਵੜਿੰਗ ਨੇ ਕਹਿ ਦਿੱਤਾ ਵੀ ਤੁਹਾਡੀ ਕੀ ਤਿਆਰੀ ਹੈ, ਭਗਵੰਤ ਮਾਨ ਜੀ ਦੱਸੋ ਤੁਹਾਡੀ ਕੀ ਤਿਆਰੀ ਹੈ। ਜੇ ਕੋਈ ਤਿਆਰੀ ਹੈ ਤਾਂ ਉਹ ਦੱਸੋ, ਨਹੀਂ ਹੈ ਤਾਂ ਤਿਆਰੀ ਕਰੋ। ਸੁਪਰੀਮ ਕੋਰਟ 'ਚ ਲੜਨਾ ਪੈਣਾ, ਅਸੀਂ ਤੁਹਾਡੇ ਨਾਲ ਹੈ ਇਸ ਮੁੱਦੇ ਦੇ ਉੱਤੇ। ਇਹ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਪਾਰਟੀ ਦੀ ਇੱਕ ਕਹਿ ਲਓ ਵੀ ਚੁੱਪ-ਚਪੀਤੀ ਇੱਕ ਮਿਲੀ ਭੁਗਤ ਜਿਹੜੀ ਆਪਾਂ ਨੂੰ ਦਿਖਾਈ ਦਿੰਦੀ ਹੈ। ਕਿਉਂਕਿ ਏਦਾਂ ਦੇ ਇਸ਼ੂਜ਼ ਜਿਹੜੇ ਉਹਦੇ 'ਚ ਉਲਝਾ ਦਿਓ ਭਗਵੰਤ ਮਾਨ ਦੀ ਸਰਕਾਰ ਨੂੰ, ਤਾਂ ਜੋ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਵਾਅਦੇ ਜਿਹੜੇ ਆ ਉਹ ਪੂਰੇ ਕਰਨ ਦੀ ਜਿਹੜੀ ਉਹ ਕੋਸ਼ਿਸ਼ ਉਹਨਾਂ ਦੀ ਰਹੇਗੀ। ਉਹਦੇ 'ਚ ਕੋਈ ਨਾ ਕੋਈ ਹਰਡਲ ਖੜੀ ਹੋਵੇ, ਕੋਈ ਨਾ ਕੋਈ ਮੁਸ਼ਕਲ ਖੜੀ ਜੀ। ਅੱਛਾ, ਇੱਕ ਪਾਸੇ ਤਾਂ ਆਪਾਂ ਮਹਿਸੂਸ ਕਰਦੇ ਹਾਂ ਕਿ ਮਸਲੇ ਅੱਗੇ ਹੀ ਬੜੇ ਨੇ ਗੰਭੀਰ, ਤੇ ਐਲਾਨ ਇੱਕ ਸਰਕਾਰ ਕਰੀ ਜਾਂਦੀ ਆ। ਕੁਲਦੀਪ ਧਾਲੀਵਾਲ ਵੀ ਪੰਚਾਇਤ ਮੰਤਰੀ ਆ, ਉਹਨਾਂ ਦੇ 2 ਵੱਡੇ ਕੰਮਾਂ ਨੂੰ ਹੱਥ ਪਾ ਲਿਆ। ਇੱਕ ਤੇ ਉਹਨਾਂ ਨੇ ਪਿਛਲੇ ਦਿਨੀ ਕਿਹਾ ਕਿ 25 ਤਰੀਕ ਨੂੰ ਇੱਕ ਮੀਟਿੰਗ ਸੱਦ ਰਹੇ ਆ, ਪੰਚਾਇਤੀ ਜ਼ਮੀਨਾਂ ਦੇ ਮਾਮਲੇ ਜਿਹੜੇ ਆ ਉਹਨਾਂ ਉੱਤੇ ਜਿਹੜੀ ਆ ਉਹ ਗੱਲਬਾਤ ਜਿਹੜੀ ਆ ਉਹ ਕਰਨੀ ਆ, ਕਿਉਂਕਿ ਜਿਹੜੀਆਂ ਪੰਚਾਇਤਾਂ ਦੀਆਂ ਜ਼ਮੀਨਾਂ ਦੱਬੀਆਂ ਹੋਈਆਂ ਨੇ। ਇੱਕ ਸੁਪਰੀਮ ਕੋਰਟ ਦਾ ਫੈਸਲਾ ਆਇਆ ਕਿ ਲੀਜ਼ ਦੇ ਉੱਤੇ ਕੋਈ ਪੰਚਾਇਤ ਜਿਹੜੀ ਆ ਉਹ ਆਪਣੀ ਜ਼ਮੀਨ ਜਿਹੜੀ ਆ ਹੁਣ ਉਹ ਨਹੀਂ ਦੇ ਸਕੂਗੀ। ਸੋ ਇੱਕ ਤਾਂ ਇਹ ਗੱਲ ਹੈ, ਔਰ ਦੂਜੀ ਗੱਲ ਜਿਹੜੀ ਆਪਾਂ ਦੇਖ ਰਹੇ ਹਾਂ ਨਵੀਂ ਉਹਨਾਂ ਨੇ ਛੇੜ ਲਈ ਆ, ਉਹ ਇਹ ਕਿ ਅਵਾਰਾ ਪਸ਼ੂਆਂ ਦਾ ਮਸਲਾ ਜਿਹੜਾ ਉਹਦੇ ਲਈ ਉਹਨਾਂ ਨੇ ਕੇਂਦਰ ਕੋਲ 500 ਕਰੋੜ ਰੁਪਏ ਦੀ ਮੰਗ ਵੀ ਕਰ ਦਿੱਤੀ ਆ, ਜਿਹਦੀ ਉਮੀਦ ਆਪਾਂ ਨਹੀਂ ਕਰਦੇ ਕਿ ਉਹਨਾਂ ਨੂੰ ਮਿਲ ਜਾਣ ਦੀ ਕੋਈ ਸੰਭਾਵਨਾ ਕਿਤੇ ਬਣਦੀ ਆ। ਸੋ ਤੁਸੀਂ ਕੀ ਸੋਚਦੇ ਇਹਦੇ ਬਾਰੇ? ਦੇਖੋ ਜਿਹੜੇ ਮਸਲੇ ਉਹ ਹੱਲ ਤਾਂ ਕਰਨੇ ਚਾਹੀਦੇ ਆ, ਤੇ ਜਿਹੜੀ ਖਾਸ ਤੌਰ ਤੇ ਪੰਚਾਇਤੀ ਜ਼ਮੀਨਾਂ ਦੇ ਉੱਤੇ ਕਬਜ਼ਾ, ਬਹੁਤ ਸਾਰੇ ਏਦਾਂ ਦੇ ਪਿੰਡ ਆ ਜੀ ਜਿੱਥੇ ਮਤਲਬ ਸਾਰਾ ਜਿਹੜਾ ਸ਼ਾਮਲਾਟ ਦੀ ਜ਼ਮੀਨ ਹੈ, ਪੰਚਾਇਤ ਦੀ ਜ਼ਮੀਨ ਹੈ, ਉੱਤੇ ਵੱਡੇ ਸਮੇਂ ਦੇਰੀ ਤੋਂ ਯਾਨੀ ਬਹੁਤ ਲੰਬੇ ਸਮੇਂ ਤੋਂ ਜਿਹੜਾ ਆ ਉਹ ਕਬਜ਼ੇ ਚੱਲੇ ਆਉਂਦੇ ਆ। ਲੀਜ਼ ਦਾ ਮਾਮਲਾ ਤਾਂ ਇਹ ਆ ਵੀ ਉੱਥੇ ਜਿਹੜਾ ਪਿੰਡਾਂ ਦਾ ਜਿਹੜਾ ਮਾਮਲਾ ਉਹਦੇ 'ਚ ਜਿਹੜੇ ਦਲਿਤ ਪਰਿਵਾਰ ਆ ਉਹਨਾਂ ਨੂੰ ਵੀ ਉਹਨਾਂ ਵਾਸਤੇ ਤੈਅ ਹੁੰਦੀ ਹੈ ਵੀ ਉਹਨਾਂ ਦਲਿਤ ਪਰਿਵਾਰਾਂ ਨੂੰ ਤੁਸੀਂ ਜੇ ਜ਼ਮੀਨ ਦੇਣੀ ਆ, ਆਪਣੀ ਪੰਚਾਇਤੀ ਜ਼ਮੀਨ ਦੇਣੀ ਹੈ, ਤੇ ਉਹਦਾ ਸ਼ਾਇਦ ਮੇਰੇ ਖਿਆਲ 25% ਕੋਟਾ ਜ਼ਰੂਰੀ ਹੈ। ਉਹ ਵੀ ਸ਼ਾਇਦ ਕਿਤੇ ਪੂਰਾ ਨਹੀਂ ਹੁੰਦਾ ਪਿੰਡਾਂ ਦੇ ਵਿੱਚ। ਸੋ ਜਿਹੜੇ ਕਬਜ਼ਿਆਂ ਦਾ ਮਾਮਲਾ ਹੈ ਇਹਨੂੰ ਸੁਲਝਾਉਣ ਦੀ ਤਾਂ ਜ਼ਰੂਰਤ ਹੈ, ਪਰ ਇਹ ਬੜਾ ਟੇਢਾ ਮਾਮਲਾ ਹੈ। ਤੁਹਾਨੂੰ ਵੀ ਪਤਾ, ਪਿੰਡਾਂ ਵਾਲੇ ਤੁਸੀਂ ਲੋਕ ਹੋ ਵੀ ਪਿੰਡਾਂ ਦੇ ਵਿੱਚ ਕੀ ਕੁਝ ਹੁੰਦਾ ਹੈ। ਨਵੇਂ ਕਿਸਮ ਦੀਆਂ ਜਿਹੜੀਆਂ ਸਫਬੰਦੀਆਂ, ਧੜੇਬੰਦੀਆਂ, ਬਹੁਤ ਕੁਝ ਜਿਹੜਾ ਆ ਹੋਣ ਵਾਲਾ। ਜੇ ਇਦਾਂ ਦਾ ਮਾਮਲਾ ਜੇ ਕੋਸ਼ਿਸ਼ ਕਰਦੇ ਆ, ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ, ਪਰ ਉਹਦੀ ਵਿਧੀ ਕੁਝ ਇਦਾਂ ਦੀ ਹੋਵੇ ਵੀ ਪਿੰਡਾਂ ਦੇ ਵਿੱਚ ਨਵੇਂ ਝਗੜੇ ਨਾ ਪੈਦਾ ਹੋ ਜਾਣ। ਪਿੰਡਾਂ ਦੇ ਵਿੱਚ ਜਿਹੜੀ ਇੱਕ ਚਲੋ ਜਿਸ ਤਰ੍ਹਾਂ ਦੀ ਵੀ ਸਥਿਤੀ ਹੈਗੀ ਹੈ ਉਹਦੇ 'ਚ ਨਵੇਂ ਕਿਸਮ ਦੇ ਟਕਰਾਅ ਜੇ ਸ਼ੁਰੂ ਹੋ ਗਏ ਇਹਨਾਂ ਮਸਲਿਆਂ ਨੂੰ ਲੈ ਕੇ, ਤਾਂ ਉਹਨੂੰ ਸਾਂਭਣਾ ਵੀ ਬਹੁਤ ਜ਼ਿਆਦਾ ਮੁਸ਼ਕਿਲ ਹੈ। ਬਾਕੀ ਜਿਹੜਾ ਅਵਾਰਾ ਪਸ਼ੂਆਂ ਦਾ ਮਾਮਲਾ ਤਾਂ ਹੈ ਹੀ ਸਾਡੇ ਲਈ ਬਹੁਤ ਵੱਡਾ ਮਾਮਲਾ ਹੈ, ਪਰ ਉਹਦੇ ਲਈ ਕੇਂਦਰ ਸਰਕਾਰ ਤੋਂ 500 ਕਰੋੜ ਰੁਪਏ ਮੰਗਣ ਦੇ ਨਾਲ ਤਾਂ ਮਸਲਾ ਹੱਲ ਨਹੀਂ ਹੋਣਾ, ਤੇ ਕੇਂਦਰ ਸਰਕਾਰ ਨੇ ਤਾਂ ਕੋਈ ਪੈਸਾ ਦੇਣਾ ਨਹੀਂ। ਇਹ ਤਾਂ ਪੰਜਾਬ ਸਰਕਾਰ ਨੂੰ ਆਪ ਹੀ ਪ੍ਰਬੰਧ ਆਪਣੇ ਕਰਦੇ ਆ। ਕੇਂਦਰ ਸਰਕਾਰ ਇਹ ਤਾਂ ਬਣਾਉਣ ਵਾਲੀ ਗੱਲ ਹੈ। ਲਓ ਜੀ ਅਸੀਂ ਇਹਦੇ ਤੇ ਐਕਟਿਵ ਹੋ ਗਏ ਆ ਤੇ ਅਸੀਂ ਸੈਂਟਰ ਗਵਰਨਮੈਂਟ ਨੂੰ ਕਿਹਾ ਵੀ 500 ਕਰੋੜ ਰੁਪਏ ਦਿਓ ਇਹਦੇ ਲਈ। ਪਹਿਲੇ 1 ਲੱਖ ਕਰੋੜ ਰੁਪਏ ਮੰਗ ਕੇ ਆਏ ਆ ਭਗਵੰਤ ਮਾਨ, ਉਹਦਾ ਇੱਕ ਚਵਾਨੀ ਨਹੀਂ ਮਿਲਣੀ ਆਪਾਂ ਨੂੰ, ਤੇ 500 ਕਰੋੜ ਰੁਪਏ ਹੁਣ ਇਹ ਮੰਗਦੇ ਆ। ਕੱਲ ਨੂੰ ਅਗਲ ਇੱਕ ਹੋਰ ਮੰਤਰੀ ਕੋਈ ਉੱਠੂਗਾ ਤੇ ਉਹ ਕਹੂਗਾ ਵੀ ਹਾਂ ਵੀ ਕੇਂਦਰ ਸਰਕਾਰ ਤੋਂ ਇੰਨਾ ਫੰਡ ਲੈਣਾ। ਕੇਂਦਰ ਸਰਕਾਰ ਦੀ ਇਹ ਡਿਊਟੀ ਤਾਂ ਹੈ ਵੀ ਜਿਹੜੇ ਸੂਬਿਆਂ ਦੇ ਅਧਿਕਾਰ ਹੈ ਉਹਦੇ ਮੁਤਾਬਕ ਸੂਬਿਆਂ ਦੀ ਫੰਡਿੰਗ ਜਿਹੜੀ ਹੋਵੇ, ਪਰ ਕੇਂਦਰ ਸਰਕਾਰ ਦੀ ਨਾ ਪਹਿਲਾਂ ਕੀਤੀ ਨਾ ਹੁਣ ਕਰਨੀ ਹੈ। ਤੁਹਾਨੂੰ ਇਹ ਕੰਮ ਆਪ ਹੀ ਕਰਨੇ ਪੈਣੇ ਆ, ਜੋ ਜਿੰਨੇ ਵੀ ਸੋਰਸ ਹੈਗੇ ਆ ਉਹਦੇ ਮੁਤਾਬਕ ਕੰਮ ਕਰਨੇ ਪੈਣੇ ਆ। ਉਸ ਪਾਸੇ ਵੱਲ ਨੂੰ
ਵਧਣ ਦੀ ਜ਼ਰੂਰਤ ਹੈ ਜੀ। ਇੱਕ ਖਬਰ ਆ ਰਹੀ ਆ ਆਪਣੇ ਦਸਾਂਝ ਸਾਹਿਬ ਕਿ ਭਾਰਤ ਦੇ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਪਹੁੰਚੇ ਹੋਏ ਆ ਆਪਣੀ ਸਟੇਟ, ਗ੍ਰਹਿ ਸਟੇਟ ਦੇ ਵਿੱਚ, ਉੱਥੇ ਆਪਣੇ ਗੁਜਰਾਤ, ਤੇ 2800 ਕਰੋੜ ਦਾ ਪੈਕੇਜ ਇੱਕ ਉਹਨਾਂ ਨੇ ਉੱਥੇ ਸ਼ਾਇਦ ਅਨਾਉਂਸ ਕੀਤਾ ਜਾਂ ਕਰਨਾ ਆ। ਸੋ ਇੱਕ ਪਾਸੇ ਤੇ ਮਤਲਬ ਜਿਹੜੀਆਂ ਕੁਝ ਸਟੇਟਾਂ ਜਿੱਥੇ ਉਹਨਾਂ ਦੀ ਆਪਣੀਆਂ ਸਰਕਾਰਾਂ ਨੇ ਜਾਂ ਉਹਨਾਂ ਦੀ ਪੈਤਰੀ ਸਟੇਟ ਹੈ ਜਿੱਥੇ ਉਹ ਬਿਲੋਂਗ ਕਰਦੇ ਆ, ਉਹਨੂੰ ਉਹ ਇੰਨਾ ਵੱਡਾ ਪੈਕੇਜ ਦੇ ਸਕਦੇ ਆ, ਤੇ ਜਿਹੜਾ ਪੰਜਾਬ ਬਹੁਤ ਜ਼ਿਆਦਾ ਗ੍ਰਸਿਆ ਹੋਇਆ, ਇਹਨੂੰ ਇਸ ਤੋਂ ਬਾਹਰ ਕੱਢਣ ਲਈ ਵੀ ਕੋਈ ਨਾ ਕੋਈ ਮਦਦ ਤੇ ਦੇਣੀ ਬਣਦੀ ਆ ਕੇਂਦਰ ਦੀ, ਪੰਜਾਬ ਵੀ ਤੇ ਭਾਰਤ ਦਾ ਹਿੱਸਾ। ਦੂਜੀ ਗੱਲ ਮੈਂ ਤੁਹਾਡੇ ਕੋਲ ਇਹ ਜਾਣਨੀ ਚਾਹੁੰਦਾ ਕਿ ਜਦੋਂ ਇਹ ਲੋਨ ਦੀ ਗੱਲ ਚੱਲਦੀ ਆ ਤੇ ਅਕਸਰ ਇਹ ਕਹਿ ਦਿੱਤਾ ਜਾਂਦਾ ਹੈ ਕਿ ਜਿਹੜਾ ਲੋਨ ਹੈ ਸਾਰੇ ਦਾ ਸਾਰਾ ਇਹ ਪੰਜਾਬ ਦੇ ਜਦੋਂ ਮਾੜੇ ਹਾਲਾਤ ਸੀ ਉਹਨਾਂ ਕਰਕੇ ਚੜਿਆ ਹੋਇਆ ਲੋਨ ਹੈ, ਤੇ ਪੰਜਾਬ ਭਾਰਤ ਦਾ ਹਿੱਸਾ ਆ। ਜਿਵੇਂ ਪਿੱਛੇ ਇੱਕ ਬਿਆਨ ਆਇਆ ਸੀ ਭਗਵੰਤ ਮਾਨ ਦਾ ਕਿ ਜਦੋਂ ਪਠਾਨਕੋਟ ਵਾਲਾ ਕੋਈ ਇਹਨਾਂ ਨੇ ਲਾ ਦਿੱਤਾ ਸੀ ਤੇ ਸਾਧੂ ਸਿੰਘ ਹੀਰੀਆਂ ਨੂੰ ਨਾਲ ਲੈ ਕੇ ਕਹਿੰਦੇ ਮੈਂ ਗਿਆ, ਤੇ ਮੈਂ ਕਿਹਾ ਜੀ ਫਿਰ ਸਾਨੂੰ ਲਿਖ ਕੇ ਦੇ ਦਿਓ ਕਿ ਪੰਜਾਬ ਲਈ ਜਿਹੜੀ ਆਰਮੀ ਆ ਉਹ ਕਿਰਾਏ ਤੇ ਭੇਜਦੀ ਆ ਕੇਂਦਰ ਦੀ ਸਰਕਾਰ, ਦੇ ਬੜੀ ਮੁਸ਼ਕਲ ਪ੍ਰੈਸ਼ਰ ਨਾਲ ਉਹ ਪੈਸੇ ਵਾਪਸ ਹੋਏ ਸੀ, ਅਸੀਂ ਉਹ ਪੈਸੇ ਦੇਣ ਨੂੰ ਤਿਆਰ ਹਾਂ, ਸਾਡਾ ਜਿਹੜਾ MP ਲਾਈਟ ਫੰਡ ਹੁੰਦਾ ਉਹ 'ਚੋਂ ਕੱਟ ਲਓ। ਤੇ ਕੀ ਕੋਈ ਕਾਨੂੰਨੀ ਤੌਰ ਤੇ ਜੇ ਸਰਕਾਰ ਨਹੀਂ ਮੰਨਦੀ, ਸੁਪਰੀਮ ਕੋਰਟ 'ਚ ਕੋਈ ਦਲੀਲ ਅਪੀਲ ਕਰਕੇ ਇਹ ਕਰਜ਼ਾ ਮਾਫ ਕਰਾਉਣ ਲਈ ਕੋਈ ਕਾਰਵਾਈ ਜਾਂ ਚਾਰਾਜੋਈ ਨਹੀਂ ਕੀਤੀ ਜਾ ਸਕਦੀ ਕਿ ਪੰਜਾਬ ਵੀ ਭਾਰਤ ਦਾ ਹਿੱਸਾ ਆ, ਜੇ ਕੋਈ ਮਾੜੇ ਦਿਨ ਆ ਗਏ ਤੇ ਕੇਂਦਰ ਦੀ ਵੀ ਡਿਊਟੀ ਬਣਦੀ ਸੀ ਜੇ ਪੈਰਾਮਿਲਟਰੀ ਫੋਰਸਿਸ ਭੇਜੀਆਂ ਤੇ ਉਹਨਾਂ ਦੇ ਉੱਤੇ ਖਰਚਾ ਹੋਇਆ ਤੇ ਉਹ ਪੰਜਾਬ ਕੋਲ ਨਹੀਂ ਲੈਣਾ ਚਾਹੀਦਾ, ਫਿਰ ਉੱਤੇ ਵਿਆਜ ਲੱਗਦਾ ਜਾ ਰਿਹਾ ਤੇ ਬਹੁਤ ਸਾਰਾ ਉਹ ਪੈਸਾ ਇਕੱਠਾ ਹੋ ਗਿਆ, ਇਹਦੇ ਲਈ ਕੋਈ ਚਾਰਾਜੋਈ ਨਹੀਂ ਕੀਤੀ ਜਾ ਸਕਦੀ? ਦੇਖੋ, ਸਰਕਾਰ ਦੀ ਲੀਗਲ ਟੀਮ ਕਾਹਦੇ ਲਈ ਹੁੰਦੀ ਹੈ? ਅਸੀਂ ਤਾਂ ਕੋਈ ਕਾਨੂੰਨ ਦੇ ਮਾਹਰ ਨਹੀਂ ਹੈਗੇ, ਐਕਸਪਰਟ ਨਹੀਂ ਹੈਗੇ। ਜਿਹੜੀ ਐਡਵੋਕੇਟ ਜਨਰਲ ਦੀ ਅਗਵਾਈ ਦੇ ਵਿੱਚ ਇੱਕ ਵੱਡੀ ਫੌਜ ਆ ਸਾਡੇ ਕੋਲ ਕਾਨੂੰਨੀ ਮਾਹਰਾਂ ਦੀ, ਵਕੀਲਾਂ ਦੀ, ਉਹ ਇਹ ਸਾਰੇ ਮੁੱਦਿਆਂ ਦੇ ਉੱਤੇ ਉਹਨਾਂ ਨੂੰ ਇਸ ਕਿਸਮ ਦੀਆਂ ਇੰਸਟਰਕਸ਼ਨਸ ਚਾਹੀਦੀਆਂ ਵੀ ਜੇ ਪੰਜਾਬ ਜੇ ਕਰਜ਼ੇ ਦੀ ਗੱਲ ਕਰਦਾ, ਪੰਜਾਬ ਦੇ ਸਿਰ ਜੇ ਕਰਜ਼ਾ ਜਿਹੜਾ ਮੁੱਢਲਾ ਕਰਜ਼ਾ ਜਿਹਦਾ ਤੁਸੀਂ ਜ਼ਿਕਰ ਕੀਤਾ, ਉਹ ਉਸ ਦੌਰ ਦਾ ਹੀ ਕਰਜ਼ਾ ਆ ਜਦੋਂ ਦੋਵਾਂ ਤਰ੍ਹਾਂ ਦੀ ਦਹਿਸ਼ਤਗਰਦੀ ਦੇ ਵਿੱਚ ਪੰਜਾਬ ਪਿਸ ਰਿਹਾ ਸੀ, ਸਰਕਾਰੀ ਤੇ ਗੈਰ ਸਰਕਾਰੀ ਦਹਿਸ਼ਤਗਰਦੀ। ਜਦੋਂ ਪੈਰਾਮਿਲਟਰੀ ਫੋਰਸਿਸ ਜਿਹੜੀਆਂ ਪੰਜਾਬ ਦੇ ਵਿੱਚ ਜਿਹੜੀਆਂ ਭੇਜੀਆਂ ਗਈਆਂ, ਪੰਜਾਬ ਦੇ ਚੱਪੇ ਚੱਪੇ ਤੇ ਪੈਰਾਮਿਲਟਰੀ ਫੋਰਸਿਸ ਸੀਗੀਆਂ, ਪੰਜਾਬ ਦੇ ਸਾਰੇ ਵਿਦਿਅਕ ਅਦਾਰੇ ਪੁਲਿਸ ਛਾਉਣੀਆਂ ਦੇ ਵਿੱਚ, CRP ਦੀਆਂ ਛਾਉਣੀਆਂ ਦੇ ਵਿੱਚ ਤਬਦੀਲ ਹੋ ਗਏ। ਸਾਰਾ ਪੰਜਾਬ ਜਿਹੜਾ ਆ ਤਬਾਹੀ ਦੇ ਰਸਤੇ ਵੱਲ ਤੁਰ ਗਿਆ ਤੇ ਪੰਜਾਬ ਨੂੰ ਇੱਕ ਮਤਲਬ ਦੇਸ਼ ਦਾ ਹਿੱਸਾ ਬਣਾਈ ਰੱਖਣ ਦੇ ਨਾਂ ਦੇ ਉੱਤੇ ਜਾਂ ਭਾਰਤ ਦੀ ਅਖੰਡਤਾ ਦੇ ਨਾਂ ਦੇ ਉੱਤੇ ਪੈਰਾਮਿਲਟਰੀ ਫੋਰਸਿਸ ਉਹ ਭੇਜੀਆਂ ਗਈਆਂ। ਤੇ ਬਿਲਕੁਲ ਦਰੁਸਤ ਇਹ ਸਾਡੀ ਗੱਲ ਹੈ, ਤੁਹਾਡੀ ਗੱਲ ਹੈ ਵੀ ਭਾਰਤ ਦੀ ਸਰਕਾਰ ਨੇ ਕੋਈ ਪੰਜਾਬ ਨੇ ਮੰਗੀ ਤਾਂ ਹੈ ਨਹੀਂ ਸੀ, ਉਹ ਪੰਜਾਬ ਦਾ ਰਾਸ਼ਟਰਪਤੀ ਰਾਜ ਲਾਗੂ ਕਰਤਾ ਸੀ ਉਹਨਾਂ ਨੇ। ਪੰਜਾਬ ਨੇ ਤਾਂ ਪੈਰਾਮਿਲਟਰੀ ਫੋਰਸਿਸ, ਪੰਜਾਬ ਦੇ ਲੋਕਾਂ ਦੀ ਤਾਂ ਡਿਮਾਂਡ ਨਹੀਂ ਸੀ ਕਿ ਇੱਥੇ ਪੈਰਾਮਿਲਟਰੀ ਫੋਰਸਿਸ ਭੇਜੋ, ਸਰਕਾਰ ਦੇ ਸੈਂਟਰ ਗਵਰਨਮੈਂਟ ਨੇ ਭੇਜੀਆਂ। ਤੇ ਸਿੱਧੇ ਤੌਰ ਦੇ ਉੱਤੇ ਗੱਲ ਹੈ ਕਿ ਪੰਜਾਬ ਭਾਰਤ ਦਾ ਹਿੱਸਾ ਹੈ ਤੇ ਤੁਸੀਂ ਜੇ ਪੈਰਾਮਿਲਟਰੀ ਫੋਰਸਿਸ ਭੇਜੀਆਂ ਤੇ ਉਹਦਾ ਖਰਚਾ ਕੋਈ ਸਟੇਟ ਗਵਰਨਮੈਂਟ ਦਿੰਦੀ ਹੈ ਕਦੀ ਪੈਰਾਮਿਲਟਰੀ ਫੋਰਸਿਸ ਦਾ ਖਰਚਾ? ਕੋਈ ਇਤਿਹਾਸ ਦੇ ਵਿੱਚ ਕੋਈ ਏਦਾਂ ਦੀ ਘਟਨਾ ਦਰਜ ਹੈ ਵੀ ਪੈਰਾਮਿਲਟਰੀ ਫੋਰਸਿਸ ਦਾ ਜਿਹੜਾ ਖਰਚਾ ਉਹ ਸਟੇਟ ਨੇ ਦਿੱਤਾ ਹੋਵੇ, ਸੂਬੇ ਨੇ ਦਿੱਤਾ ਹੋਵੇ, ਰਾਜ ਨੇ ਦਿੱਤਾ ਹੋਵੇ? ਇਹਦੇ ਕਾਹਦਾ ਧੱਕਾ? 85,000 ਕਰੋੜ ਰੁਪਏ ਕਹਿੰਦੇ ਜੀ ਉਹ ਖਰਚ ਹੋਇਆ ਤੇ ਉਹ ਪੰਜਾਬ ਦੇਵੇ। ਪੰਜਾਬ ਕਿੱਥੋਂ ਦੇਵੇ? ਪੰਜਾਬ ਨੂੰ ਤਾਂ ਤੁਸੀਂ ਤਬਾਹ ਕਰਤਾ, ਅਪਾਹਜ ਕਰਤਾ, ਪੰਜਾਬ ਦੇ ਜਿਹੜੇ ਸਾਰੇ ਸੋਰਸਸ ਖਤਮ ਕਰ ਦਿੱਤੇ। ਪੰਜਾਬ ਵੱਡੀ ਪੱਧਰ ਦੇ ਉੱਤੇ ਕਹਿ ਲਓ ਵੀ ਹਿਜਰਤ ਦਾ ਸ਼ਿਕਾਰ ਹੋਇਆ ਤੇ ਤੁਸੀਂ ਕਹਿੰਦੇ ਹੋ ਪੰਜਾਬ ਜੇ ਰਾਸ਼ਟਰਪਤੀ ਰਾਜ ਸੀ ਤਾਂ ਡਿਊਟੀ ਕਿਹਦੀ ਸੀ? ਮਤਲਬ ਡਿਊਟੀ ਤਾਂ ਫਿਰ ਰਾਸ਼ਟਰਪਤੀ ਰਾਜ ਦਾ ਮਤਲਬ ਕੇਂਦਰ ਸਰਕਾਰ ਦੀ ਹੋ ਸਕਦਾ ਤੇ ਕੇਂਦਰ ਸਰਕਾਰ ਦੇਵੇ ਉਹਨੂੰ, ਉਦੋਂ ਦੇਣਾ ਚਾਹੀਦਾ ਸੀ। ਹੁਣ ਵੱਧ ਕੇ ਜਿਹੜਾ 3 ਲੱਖ ਕਰੋੜ ਤੱਕ ਪਹੁੰਚ ਗਿਆ, ਵਿੱਚ ਕਿਸਾਨਾਂ ਦਾ ਕਰਜ਼ਾ ਵੀ 98,000 ਕਰੋੜ ਆ ਕੇ ਸ਼ਾਮਲ ਹੋ ਗਿਆ। ਸੋ ਬਰਬਾਦੀ ਦੀ ਇਬਾਰਤ ਪੰਜਾਬ ਦੀ ਜਿਹੜੀ ਲਿਖੀ ਗਈ ਹੈ ਉਹਦੇ ਪਿੱਛੇ ਵੱਖ-ਵੱਖ ਜਿਹੜੀਆਂ ਕੇਂਦਰੀ ਸੱਤਾ ਦੇ ਵਿੱਚ ਕਾਬਜ ਹੁੰਦੀਆਂ ਤੇ ਰਹੀਆਂ ਪਾਰਟੀਆਂ, ਉਹ ਇਹਦੇ ਲਈ ਜ਼ਿੰਮੇਵਾਰ ਹੈ। ਉਹੀ ਇਹਨਾਂ ਨੂੰ ਪੇ ਕਰਨ, ਨਾ ਕਿ ਪੰਜਾਬ ਤੋਂ ਜਿਹੜਾ ਇਹ ਸੁਣਨ ਦੀ ਗੱਲ ਜਿਹੜੀ ਕੀਤੀ ਜਾਂਦੀ। ਇਹ ਤਾਂ ਕਦੀ ਉਤਾਰਿਆ ਨਹੀਂ ਜਾਣਾ ਕਰਜ਼ਾ, ਇਹ ਤਾਂ ਨਹੀਂ ਉਤਾਰਿਆ ਜਾਣਾ। ਜਦੋਂ ਪਿਛਲੀ ਸਰਕਾਰ ਆਈ ਕੈਪਟਨ ਅਮਰਿੰਦਰ ਦੀ, ਮਤਲਬ ਜਦੋਂ ਅਕਾਲੀ ਦਲ BJP ਦੀ ਸਰਕਾਰ ਸੀ, ਉਦੋਂ 2 ਲੱਖ ਕਰੋੜ ਦਾ ਕਰਜ਼ਾ ਸੀ ਜਾਂ 1.5 ਲੱਖ ਕਰੋੜ ਦਾ ਕਰਜ਼ਾ ਸੀ, ਜਿਹੜਾ ਵੱਧ ਕੇ ਹੁਣ 3 ਲੱਖ ਕਰੋੜ ਦਾ ਹੋ ਗਿਆ। ਭਗਵੰਤ ਮਾਨ ਹੋਰਾਂ ਦੀ ਸਰਕਾਰ ਆ ਗਈ ਹੈ ਤੇ ਕਰਜ਼ਾ ਤਾਂ ਲੈਣਾ ਨਹੀਂ ਹੈ। ਜਦੋਂ ਭਗਵੰਤ ਮਾਨ ਹੋਰਾਂ ਦੀ ਸਰਕਾਰ ਜਾਣੀ ਹੈ, ਜਿਸ ਰੇਸ਼ੋ ਦੇ ਵਿੱਚ ਕਰਜ਼ਾ ਵਧਿਆ, ਵਿਆਜ ਤੇ ਵਿਆਜ ਲੱਗ ਕੇ ਤੇ ਇਹ ਕਰਜ਼ਾ 5 ਲੱਖ ਕਰੋੜ ਤੱਕ ਪਹੁੰਚ ਜਾਣਾ। ਕੀ ਮਤਲਬ ਸਾਡਾ ਗੁਆਂਢੀ ਮੁਲਕ ਡੁੱਬ ਗਿਆ ਨਾ,
3 ਲੱਖ ਕਰੋੜ ਦੇ ਕਰਜ਼ੇ ਨਾਲ ਗਿਆ। ਸ਼੍ਰੀਲੰਕਾ ਅਸੀਂ ਪੌਣੇ 3 ਲੱਖ ਕਰੋੜ ਦਾ ਕਰਜ਼ਾ, ਉਹਨਾਂ ਦੇ ਪੌਣੇ 3 ਲੱਖ ਕਰੋੜ ਦਾ ਕਰਜ਼ਾ, ਵਿਦੇਸ਼ੀ ਕਰਜ਼ਾ। ਸਾਡੇ ਤੇ ਕਰਜ਼ਾ 3 ਲੱਖ ਕਰੋੜ ਰੁਪਏ ਦਾ। ਅਸੀਂ ਪੰਜਾਬ ਇੱਕ ਹਿੱਸਾ ਆ, ਮੁਲਕ ਨਹੀਂ ਆ। ਸੋ ਕਿੱਧਰ ਨੂੰ ਜਾਵਾਂਗੇ? ਸੋ ਕੇਂਦਰ ਸਰਕਾਰ ਚਾਹੇ ਕੋਈ ਵੀ ਆਵੇ, ਕੱਲ ਨੂੰ ਹੋਰ ਆ ਜਾਣ, ਜਿਹੜੇ ਵੀ ਮਰਜ਼ੀ ਆ ਜਾਣ, ਪਰ ਇਹ ਜ਼ਰੂਰ ਸਮਝਿਆ ਜਾਏ ਕਿ ਜਿਹੜੇ ਸੂਬੇ ਆ ਉਹ ਇਹ ਦੇਸ਼ ਦਾ ਹਿੱਸਾ ਆ। ਸੂਬਿਆਂ ਦਾ ਕ੍ਰਾਈਸਿਸ ਜਿਹੜਾ ਆ ਉਹ ਦੇਸ਼ ਦਾ ਕ੍ਰਾਈਸਿਸ ਹੈ, ਕਿਸੇ ਇੱਕ ਸੂਬੇ ਦਾ ਕ੍ਰਾਈਸਿਸ ਕੋਈ ਵੱਖਰਾ ਕ੍ਰਾਈਸਿਸ ਨਹੀਂ ਹੁੰਦਾ। ਜੀ ਦਸਾਂਝ ਸਾਹਿਬ, ਇੱਕ ਵਾਰੀ ਇੱਕ ਬ੍ਰੇਕ ਲੈ ਲਈਏ ਛੋਟੀ ਜੀ, ਤੇ ਬ੍ਰੇਕ ਤੋਂ ਬਾਅਦ ਆਪਾਂ ਦੁਬਾਰਾ ਵਾਪਸ ਆਉਣੇ ਆ ਪ੍ਰੋਗਰਾਮ ਦੇ ਵਿੱਚ, ਤੇ ਕੁਝ ਗੱਲਾਂ ਆਪਾਂ ਹੋਰ ਕਰਾਂਗੇ ਤੁਹਾਡੇ ਨਾਲ ਸਾਂਝੀਆਂ। ਨਿਗਾਹ ਰੱਖਦਾ, ਹਰ ਖਬਰ ਦੀ ਪੁਣਛਾਣ ਕਰਕੇ ਉਸ ਦੀ ਤਹਿ ਤੱਕ ਪਹੁੰਚਦਾ, ਹਰ ਇੱਕ ਖਬਰ ਪਿੱਛੇ ਚੱਲਦੀ ਅਸਲ ਕਹਾਣੀ ਦਾ ਸੱਚ ਸਾਹਮਣੇ ਲੈ ਕੇ ਆਉਂਦਾ, ਰਾਜਨੀਤੀ ਦੀ ਹਰੇਕ ਰਣਨੀਤੀ ਤੋਂ ਜਾਣੂ ਕਰਵਾਉਂਦਾ, ਸਿਸਟਮ ਵਿੱਚ ਪਸਰੇ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਦਾ, ਧਨ ਕੁਬੇਰਾਂ, ਗੈਰ ਸਮਾਜੀ ਤੱਤਾਂ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਿਆਸਤਦਾਨਾਂ ਦੇ ਗੱਠਜੋੜ ਦਾ ਪਰਦਾਫਾਸ਼ ਕਰਦਾ, ਤੱਥਾਂ ਸਹਿਤ ਸਹੀ ਅਤੇ ਸਟੀਕ ਵਿਸ਼ਲੇਸ਼ਣ ਪੇਸ਼ ਕਰਦਾ। ਇਹ ਹੈ ਟੀਵੀ ਪੰਜਾਬੀ ਦੁਨੀਆ, ਆਪਣੀ ਬੋਲੀ ਆਪਣਾ ਮਾਣ। ਖਬਰਾਂ ਤੇ ਪੈਨੀ ਨਿਗਾਹ ਰੱਖਦਾ, ਹਰ ਖਬਰ ਦੀ ਪੁਣਛਾਣ ਕਰਕੇ ਉਸ ਦੀ ਤਹਿ ਤੱਕ ਪਹੁੰਚਦਾ, ਹਰ ਇੱਕ ਖਬਰ ਪਿੱਛੇ ਚੱਲਦੀ ਅਸਲ ਕਹਾਣੀ ਦਾ ਸੱਚ ਸਾਹਮਣੇ ਲੈ ਕੇ ਆਉਂਦਾ, ਰਾਜਨੀਤੀ ਦੀ ਹਰੇਕ ਰਣਨੀਤੀ ਤੋਂ ਜਾਣੂ ਕਰਵਾਉਂਦਾ, ਸਿਸਟਮ ਵਿੱਚ ਪਸਰੇ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਦਾ, ਧਨ ਕੁਬੇਰਾਂ, ਗੈਰ ਸਮਾਜੀ ਤੱਤਾਂ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਿਆਸਤਦਾਨਾਂ ਦੇ ਗੱਠਜੋੜ ਦਾ ਪਰਦਾਫਾਸ਼ ਕਰਦਾ, ਤੱਥਾਂ ਸਹਿਤ ਸਹੀ ਅਤੇ ਸਟੀਕ ਵਿਸ਼ਲੇਸ਼ਣ ਪੇਸ਼ ਕਰਦਾ। ਇਹ ਹੈ ਟੀਵੀ ਪੰਜਾਬੀ ਦੁਨੀਆ, ਆਪਣੀ ਬੋਲੀ ਆਪਣਾ ਮਾਣ। ਖਬਰਾਂ ਤੇ ਪੈਨੀ ਨਿਗਾਹ ਰੱਖਦਾ। ਦਸਾਂਝ ਸਾਹਿਬ, ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਹਾਂ ਜੀ ਬ੍ਰੇਕ ਤੋਂ ਬਾਅਦ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਜੀ। ਬਾਕੀ ਸਾਡੇ ਸਰੋਤਿਆਂ ਨੂੰ ਵੀ ਪਿਆਰ ਦੀ ਸਤਿ ਸ਼੍ਰੀ ਅਕਾਲ ਜੀ। ਅੱਛਾ ਦਸਾਂਝ ਸਾਹਿਬ, ਇੱਕ ਕੇਂਦਰ ਸਰਕਾਰ ਦੀ ਖਬਰ ਮੇਰੇ ਧਿਆਨ 'ਚ ਆ, ਮੈਂ ਉਹ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਆ। ਉਹ ਇਹ ਆ ਕਿ ਕੋਰਟਾਂ ਦੇ ਵਿੱਚ ਜਦੋਂ ਕੋਈ ਕੇਸ ਹੁੰਦਾ ਹੈ, ਖਾਸ ਕਰਕੇ ਕੋਈ ਇਸ ਤਰ੍ਹਾਂ ਦਾ ਕੇਸ ਜਿਹੜਾ ਬਹੁਤ ਇੰਪੋਰਟੈਂਟ ਹੁੰਦਾ ਆ, ਤੇ ਬਾਅਦ ਵਿੱਚ ਲੋਕਾਂ ਨੂੰ ਜਿਹੜੇ ਗਵਾਹ ਹੁੰਦੇ ਆ ਉਹਨਾਂ ਨੂੰ ਮੁਕਰਾ ਲਿਆ ਜਾਂਦਾ ਆ। ਆਪਾਂ ਬਹੁਤ ਸਾਰਾ ਵੇਖਿਆ, 3500 ਕਰੋੜ ਦਾ ਬਾਦਲਾਂ ਨੇ ਕੇਸ ਦਰਜ ਕੀਤਾ ਸੀਗਾ ਵੱਧ ਜਾਇਦਾਦ ਬਣਾਉਣ ਦਾ ਅਮਰਿੰਦਰ ਸਿੰਘ ਤੇ ਕਿਹਾ ਜਾਂਦਾ ਕਿ 700 ਦੇ ਕਰੀਬ ਗਵਾਹ ਸੀ, ਤੇ ਉਹ ਸਾਰੇ ਦੇ ਸਾਰੇ ਉਹਨਾਂ ਨੇ ਆਪਣੀ ਜੋ ਤਾਕਤ ਚਾਹੇ ਉਹ ਮੁਕਰਾ ਲਏ। ਇਸੇ ਤਰ੍ਹਾਂ ਬਾਦਲਾਂ ਦੇ ਕੇਸ ਹੁੰਦੇ ਰਹੇ। ਤੇ ਹੁਣ ਇੱਕ ਜਿਹੜੇ ਕੇਂਦਰ ਦੇ ਕਾਨੂੰਨ ਦੇ ਰਾਜ ਮੰਤਰੀ ਆ, ਕਾਨੂੰਨ ਤੇ ਨਿਆਂ ਮੰਤਰੀ ਪ੍ਰੋਫੈਸਰ SP ਸਿੰਘ ਬੰਗੇਲ, ਉਹਨਾਂ ਨੇ ਕਿਤੇ ਕਿਹਾ ਆ ਕਿ ਜਿਹੜੀ IPC ਤੇ CRPC ਜਿਹੜੀ ਹੈਗੀ ਆ, ਇੰਡੀਅਨ ਐਵੀਡੈਂਸ ਐਕਟ, ਉਹਦੇ ਵਿੱਚ ਸਰਕਾਰ ਇੱਕ ਵੱਡਾ ਬਦਲਾਅ ਕਰਨ ਜਾ ਰਹੀ ਆ ਕਿ ਜੇਕਰ ਉਹ ਇਸ ਕਰਕੇ ਕਰ ਰਹੀ ਆ ਕਿ ਜਿਹੜੇ ਗਵਾਹ ਮੁੱਕਰ ਜਾਂਦੇ ਆ ਨਾ, ਜੇ ਕੋਈ ਟੈਕਨੀਕਲ ਪ੍ਰੂਫ ਐਸੇ ਹੋਣ ਤੇ ਗਵਾਹ ਉਹ ਤੋਂ ਮੁੱਕਰ ਜਾਵੇ ਤੇ ਫਿਰ ਉਹਨੂੰ ਜੇਲ੍ਹ ਜਾਣਾ ਪਊਗਾ। ਉਹਨੂੰ ਇਦਾਂ ਨਹੀਂ ਹੈ ਕਿ ਮੁੱਕਰ ਗਿਆ ਤੇ ਘਰ ਨੂੰ ਚਲ ਗਿਆ, ਉਹਦੇ ਤੇ ਬਕਾਇਦਾ ਕਾਰਵਾਈ ਹੋਊਗੀ ਤੇ ਉਹਨੂੰ ਜੇਲ੍ਹ ਜਾਣਾ ਪਊਗਾ। ਤੁਸੀਂ ਕੀ ਸਮਝਦੇ? ਮੇਰੇ ਖਿਆਲ 'ਚ ਬਹੁਤ ਵਧੀਆ ਹੈ ਗੱਲ। ਜੇ ਸੱਚੀ ਮੁੱਚੀ ਇਦਾਂ ਕਰਦੇ ਆ ਤਾਂ ਜਿਹੜੀਆਂ ਇਹ ਝੂਠੀਆਂ ਗਵਾਹੀਆਂ ਵਾਲਾ ਸਿਲਸਿਲਾ ਆ, ਜਿਹੜੇ ਸਾਨੂੰ ਆਪਾਂ ਆਮ ਕਹਿੰਦੇ ਜਿਹੜੀਆਂ ਲੋਅਰ ਕੋਰਟਾਂ 'ਚ ਤੁਹਾਨੂੰ ਮੁੱਲ ਦੇ ਗਵਾਹ ਮਿਲ ਜਾਂਦੇ ਆ, ਉਹ ਕਈ ਫਿਲਮਾਂ 'ਚ ਵੀ ਆਪਾਂ ਵੇਖਿਆ, ਹੇਰਾ ਫੇਰੀ 'ਚ ਜਾਂ ਕਿੱਦਾਂ, ਤੇ ਉਹ ਜਦੋਂ ਸਰਕਾਰੀ ਵਕੀਲ ਪੁੱਛਦਾ ਉਹ ਗਵਾਹ ਨੂੰ ਵੀ ਉਹ ਜਿਹੜਾ ਵਿਅਕਤੀ ਸੀ ਉਹਦਾ ਕੱਦ ਕਿੰਨਾ ਕੁ ਸੀ, ਤੇ ਉਹ ਹੱਥ ਨਾਲ ਇਸ਼ਾਰਾ ਕਰਦਾ ਉੱਪਰ, ਤੇ ਉਹ ਕਹਿੰਦਾ ਵੀ ਵੇਖੋ ਇਹਨੂੰ ਪਤਾ ਹੀ ਨਹੀਂ ਵੀ ਉਹ ਬੰਦਾ ਨਹੀਂ, ਉਹ ਤੇ ਮੁਰਗਾ ਸੀ। ਕਹਿੰਦਾ ਜੇ ਮੈਂ ਦੂਜਾ ਹੱਥ ਕੀਤਾ ਹੀ ਨਹੀਂ। ਇਸ ਤਰ੍ਹਾਂ ਦੀ ਕਮੇਡੀ ਵਾਲਾ ਸੀਗਾ ਸੀਨ। ਸੋ ਇਦਾਂ ਦੇ ਗਵਾਹ ਵੀ ਮਿਲ ਜਾਂਦੇ ਆ ਤੇ ਗਵਾਹ ਮੁਕਰਾ ਵੀ ਲੈ ਜਾਂਦੇ ਆ। ਅਗਰ ਇਦਾਂ ਦਾ ਕਾਨੂੰਨ ਸਖਤ ਬਣਦਾ ਹੈ ਤੇ ਇਹ ਵੈਸੇ ਚੰਗੀ ਗੱਲ ਹੈ, ਜੇ ਕੋਰਟ ਦੇ ਨਿਯਮ ਦੇ ਮੁਤਾਬਕ, ਜੇ ਉਹਦਾ ਮਿਸਯੂਜ਼ ਕੋਈ ਨਾ ਕਰੇ ਤਾਂ। ਵੈਸੇ ਓਵਰਆਲ ਹੀ ਸਾਡੀ ਜਿਹੜੀ ਕਹਿੰਦੇ ਵੀ ਨਿਆਇਕ ਵਿਵਸਥਾ ਹੈਗੀ ਆ, ਜੁਡੀਸ਼ਰੀ, ਉਹਦੇ 'ਚ ਬਹੁਤ ਸਾਰੇ ਲੂਪਹੋਲਸ ਹੈਗੇ ਆ, ਇਹਨਾਂ ਨੂੰ ਦਰੁਸਤ ਕਰਨ ਦੀ ਜ਼ਰੂਰਤ। ਜਿੱਦਾਂ ਤੁਸੀਂ ਇੱਕ ਐਗਜ਼ਾਮਪਲ ਦੇ ਤੌਰ ਤੇ ਕਿਹਾ, 3500 ਕਰੋੜ ਦੀ ਜਿਹੜੀ ਆਮਦਨ ਤੋਂ ਵਧੇਰੇ ਬਣੀ ਸੀ,
ਤੇ ਉਹਦੇ ਤੇ ਜਿਹੜਾ ਕੇਸ ਸੀਗਾ ਬਾਦਲ ਪਰਿਵਾਰ ਦੇ ਉੱਤੇ, ਸਾਰੇ ਬਾਦਲ ਪਰਿਵਾਰ ਦੇ ਉੱਤੇ, ਕੁਝ ਲੋਕ ਹੋਰ ਵੀ ਸੀਗੇ, ਤੇ 700 ਦੇ ਕਰੀਬ ਗਵਾਹ ਸੀ, ਤੇ ਗਵਾਹ ਸਾਰੇ ਮੁੱਕਰ ਗਏ ਤੇ ਅਲਟੀਮੇਟਲੀ ਸਾਰਾ ਪਰਿਵਾਰ ਬਰੀ ਹੋ ਗਿਆ, ਬਾਇਜ਼ਤ ਬਰੀ ਹੋ ਗਿਆ। ਏਦਾਂ ਦੇ ਹਜ਼ਾਰਾਂ ਕੇਸ ਨੇ ਜਿਹਦੇ ਚ ਗਵਾਹ ਜਿਹੜੇ ਆ ਉਹ ਮੁੱਕਰ ਜਾਂਦੇ ਆ, ਤੇ ਫਿਰ ਉਹ ਜਿਹੜੇ ਦੋਸ਼ੀ ਹੁੰਦੇ ਆ ਉਹ ਬਚ ਜਾਂਦੇ ਆ। ਸੋ ਸਾਡੀ ਜੁਡੀਸ਼ਰੀ ਜਿਹੜੀ ਹੈ, ਇਹਦਾ ਸਭ ਤੋਂ ਕਮਜ਼ੋਰ ਪਹਿਲੂ ਇਹ ਹੈ ਵੀ ਇਹ ਗਵਾਹਾਂ ਦੇ ਸਿਰ ਤੇ ਜੁਡੀਸ਼ਰੀ ਸਾਡੀ ਜਿਹੜੀ ਖੜੀ ਹੈ। ਮਤਲਬ ਕਾਤਲ ਜਿਹੜੇ ਆ ਬਾਇਜ਼ਤ ਬਰੀ ਹੋ ਜਾਂਦੇ ਆ, ਤੇ ਇਹ ਜੇ ਇਹਦੇ ਖਿਲਾਫ ਜੇ ਕੋਈ ਇਸ ਤਰ੍ਹਾਂ ਦਾ ਕਾਨੂੰਨ ਨਵਾਂ ਆ ਰਿਹਾ ਹੈ, ਜਿਹਦਾ ਤੁਸੀਂ ਜ਼ਿਕਰ ਕੀਤਾ ਐਵੀਡੈਂਸ ਵਾਲਾ, ਵੀ ਜੇ ਕੋਈ ਫਿਰ ਐਵੀਡੈਂਸ ਤੋਂ ਮੁਕਰੇਗਾ ਬਿਨਾਂ ਟੈਕਨੀਕਲ ਕੋਈ ਐਵੀਡੈਂਸ ਜੇ ਨਾ ਹੋਵੇ ਤੇ ਉਹਦਾ ਕੋਈ ਕਾਰਨ ਨਾ ਹੋਵੇ, ਤਾਂ ਫਿਰ ਲਾਜ਼ਮੀ ਹੈ ਕਿ ਉਹਦੇ ਤੇ ਐਕਸ਼ਨ ਹੋਏਗਾ। ਤੇ ਮੈਨੂੰ ਲੱਗਦਾ ਇਹ ਚੰਗੀ ਗੱਲ ਹੈ। ਵੈਸੇ ਓਵਰਆਲ ਹੀ ਜੁਡੀਸ਼ਰੀ ਦੇ ਵਿੱਚ ਰਜਿਸਟਰੀਆਂ ਬਣੀਆਂ ਹੋਈਆਂ ਸਾਡੇ, ਉਹਨੂੰ ਹੋਰ ਜ਼ਿਆਦਾ ਦਰੁਸਤ ਕਰਨ ਦੀ ਜ਼ਰੂਰਤ ਹੈ। ਸਾਡੇ ਕਾਨੂੰਨ ਮੰਤਰੀ ਜਾਂ ਕਾਨੂੰਨ ਮਿਨਿਸਟਰੀ, ਜਿਹੜੀ ਲਾਅ ਮਿਨਿਸਟਰੀ ਹੈਗੀ ਹੈ, ਉਹਦੇ ਤੇ ਉਚੇਚ ਨਾਲ ਜਿਹੜੇ ਕੇਸ ਜਿਹੜੇ ਵਿਚਾਰਨੇ ਵੀ ਚਾਹੀਦੇ ਆ। ਕੁਝ ਜਿਹੜੇ ਪ੍ਰਮਾਣ ਦੇ ਤੌਰ ਦੇ ਉੱਤੇ ਕੁਝ ਕੇਸਿਸ ਜਿਹੜੇ ਆ ਉਹਨਾਂ ਨੂੰ ਆਧਾਰ ਬਣਾ ਲੈਣਾ ਚਾਹੀਦਾ ਵੀ ਆਹ ਜਿਹੜੇ ਕੇਸ ਜਿਹੜੇ ਆ ਇਹਨਾਂ ਦੇ ਵਿੱਚ ਆ ਕੁਝ ਹੋਇਆ, ਜਿਸ ਚ ਗਵਾਹਾਂ ਨੇ ਜਿਹੜਾ ਆ ਪਲਟੀ ਮਾਰੀ ਤੇ ਕੇਸ ਕੁਝ ਦਾ ਕੁਝ ਬਣ ਗਿਆ। ਸੋ ਚੰਗੀ ਗੱਲ ਹੈ, ਜਿਵੇਂ ਤੁਸੀਂ ਕਹਿ ਰਹੇ ਹੋ, ਚੰਗੀ ਗੱਲ ਹੈ ਜੇ ਇਸ ਤਰ੍ਹਾਂ ਦਾ ਕੋਈ ਕਾਨੂੰਨ ਆਉਂਦਾ ਤਾਂ ਗਵਾਹ ਜਿਹੜਾ ਬਣਨ ਵਾਲਾ ਹੋਏਗਾ, ਜਿਹੜੇ ਝੂਠੇ ਗਵਾਹ ਜਿਹੜੀ ਤੁਸੀਂ ਜ਼ਿਕਰ ਕਰਦੇ ਆ, ਮੁੱਲ ਦੇ ਗਵਾਹ, ਮਤਲਬ ਤੁਸੀਂ ਕਚਹਿਰੀਆਂ 'ਚ ਜਾਓ, ਸਹੀ 100 150 ਨੂੰ 200 ਰੁਪਏ ਨੂੰ ਉੱਥੇ ਗਵਾਹ ਤੁਹਾਨੂੰ ਮਿਲ ਜਾਂਦੇ ਆ। ਉਹਨਾਂ ਦਾ ਧੰਦਾ ਹੀ ਇਹ ਹੈ। ਸੋ ਇਹ ਧੰਦਾ ਜੀ ਉਹਨਾਂ ਦਾ ਇਹ ਆ, ਤੇ ਉੱਥੇ ਕਚਹਿਰੀਆਂ 'ਚ ਤੁਰੇ ਫਿਰਦੇ ਆ, ਉਹੀ ਵਕੀਲ ਹੈ, ਉਹੀ ਜੱਜ ਸਾਹਿਬ ਨੇ, ਤੇ ਉਹਨਾਂ ਨੂੰ ਵੀ ਤਾਂ ਪਤਾ ਹੀ ਹੈ ਵੀ ਬਾਰ-ਬਾਰ ਉਹੀ ਗਵਾਹ ਜਦ ਦਿਖਾਈ ਦਿੰਦੇ ਆ ਵੀ ਇਹ ਪਿਛਲੀ ਕਿਸੇ ਪੇਸ਼ੀ 'ਚ ਵੀ ਸੀ, ਹੁਣ ਨਵੇਂ ਸਿਰੋਂ ਆ ਗਿਆ, ਉਹਨਾਂ ਨੂੰ ਵੀ ਤਾਂ ਪਤਾ ਹੀ ਹੈ ਨਾ। ਤੇ ਉਹ ਸਾਰਾ ਕੁਝ ਜਿਹੜਾ ਚੱਲ ਰਿਹਾ ਮੇਰੀ ਪੁੱਤ ਦੇ ਨਾਲ, ਇਹਦੇ ਤੇ ਰੋਕ ਤਾਂ ਲਾਜ਼ਮੀ ਤੌਰ ਤੇ ਲੱਗਣੀ ਹੀ ਚਾਹੀਦੀ ਹੈ। ਦਸਾਂਝ ਸਾਹਿਬ, ਇੱਕ ਵਾਰੀ ਮੈਂ ਫੇਰ ਉਹ ਗੱਲ ਕਰਨੀ ਚਾਹੁੰਦਾ ਕੁਲਦੀਪ ਧਾਰੀਵਾਲ ਹੋਰਾਂ ਦੀ। ਉਹਨਾਂ 25 ਤਰੀਕ ਨੂੰ ਕੋਈ ਅਫਸਰਸ਼ਾਹੀ ਨਾਲ ਮੀਟਿੰਗ ਰੱਖੀ ਹੋਈ ਆ, ਬੜਾ ਵੱਡਾ ਸਟੈਪ ਆ ਉਹ, ਕਿ ਜਿਹੜੀਆਂ ਪੰਚਾਇਤੀ ਜ਼ਮੀਨਾਂ ਨੇ ਉਹਨਾਂ ਦੇ ਉੱਤੇ ਜਿਹੜੇ ਨਜਾਇਜ਼ ਕਬਜ਼ੇ ਆ ਉਹ ਖਾਲੀ ਕਰਾਉਣੇ ਆ। ਤੇ ਹੁਣ ਤੇ ਕੋਰਟ ਨੇ ਵੀ ਕਹਿ ਦਿੱਤਾ ਕਿ ਪੰਚਾਇਤੀ ਜ਼ਮੀਨ ਨੂੰ ਕੋਈ ਲੀਜ਼ ਤੇ ਦੇ ਹੀ ਨਹੀਂ ਸਕਦਾ, ਤੇ ਜਿਹੜੀਆਂ ਪਹਿਲਾਂ ਲੀਜ਼ ਤੇ ਦਿੱਤੀਆਂ ਉਹ ਲੀਜ਼ ਟੁੱਟ ਸਕਦੀਆਂ ਨੇ, ਜੇ ਸਰਕਾਰ ਚਾਹਵੇ ਤਾਂ ਉਹ ਖਾਲੀ ਕਰਵਾ ਸਕਦੀ ਆ। ਪਰ ਇਹ ਬੜੇ ਵੱਡੇ ਜਿਹੜੇ ਲੋਕ ਨੇ, ਜਿਹੜੇ ਰਸੂਖਦਾਰ ਲੋਕ ਨੇ, ਉਹਨਾਂ ਕੋਲ ਨੇ ਜ਼ਮੀਨਾਂ, ਤੇ ਕੀ ਇਹਨਾਂ ਕੋਲ ਇੰਨੀ ਸ਼ਕਤੀ ਹੈ, ਵਿਲ ਪਾਵਰ ਹੈ ਕਿ ਉਹਨਾਂ ਨਾਲ ਆਡਾ ਲਾ ਕੇ ਇਹ ਜਿਹੜੀ ਜ਼ਮੀਨ ਆ ਉਹ ਗਰਾਊਂਡ ਤੇ ਜਾ ਕੇ ਉਹਨਾਂ ਕੋਲ ਖਾਲੀ ਕਰਵਾਈ ਜਾ ਸਕੇਗੀ? ਕਿਉਂਕਿ ਉਹ ਲੋਕ ਲਗਾਤਾਰ ਆਰਡਰਾਂ ਦੇ ਬਾਵਜੂਦ, ਕਚਹਿਰੀਆਂ ਦੇ ਆਰਡਰ ਨੂੰ ਨਹੀਂ ਮੰਨਦੇ, ਕਈ ਸਾਲ ਉਹ ਜ਼ਮੀਨ ਨੂੰ ਧੱਕੇ ਨਾਲ ਵਾਹੀ ਜਾਂਦੇ ਆ, ਕਈ ਸਾਲ ਕੀ ਪੱਕੇ ਮਾਲਕ ਬਣ ਕੇ ਬੈਠੇ ਹੋਏ ਆ। ਇਹੋ ਹੀ ਸ਼੍ਰੋਮਣੀ ਕਮੇਟੀ ਦੀਆਂ ਜ਼ਮੀਨਾਂ ਦਾ ਹਾਲ ਆ। ਸੋ ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਸਟੈਪ ਤੇ ਬੜਾ ਵਧੀਆ ਲੱਗਦਾ ਸੁਣਨ ਨੂੰ, ਕੀ ਇਹਨਾਂ ਕੋਲ ਇੰਨੀ ਵਿਲ ਪਾਵਰ ਹੈ ਕਿ ਗਰਾਊਂਡ ਤੇ ਜਾ ਕੇ ਉਹ ਜ਼ਮੀਨਾਂ ਖਾਲੀ ਕਰਵਾ ਲੈਣਗੇ? ਵਿਅਕਤੀ ਦੀ ਵਿਲ ਪਾਵਰ ਹੋਣੀ ਹੋਰ ਗੱਲ ਹੈ, ਪ੍ਰਸ਼ਾਸਨ ਨੇ ਉਹਨੂੰ ਜਿਸ ਤਰੀਕੇ ਦੇ ਨਾਲ ਅਮਲੀ ਰੂਪ ਦੇ ਵਿੱਚ ਇਹ ਸਾਰਾ ਕੰਮ ਕਰਨਾ ਉਹ ਹੋਰ ਗੱਲ ਹੈ। ਕਿਉਂਕਿ ਇਹ ਜਿਹੜੇ ਰਸੂਖਦਾਰ ਲੋਕਾਂ ਦਾ ਤੁਸੀਂ ਜ਼ਿਕਰ ਕੀਤਾ, ਵੱਡੇ ਵੱਲੋਂ ਧੱਕੇ ਨਾਲ ਹੀ ਸਾਰਾ ਕੁਝ ਲੋਕਾਂ ਦੇ ਕਬਜ਼ੇ ਹੈਗੇ ਆ, ਇਹਨਾਂ ਦੀ ਦੂਰ ਤੱਕ ਪਹੁੰਚ ਹੁੰਦੀ ਹੈ। ਕਰਪਟ ਮੈਂ ਇਸ ਸਿਸਟਮ ਦੇ ਵਿੱਚ ਹੇਠਾਂ ਤੋਂ ਲੈ ਕੇ ਪਿੰਡ ਦੇ ਸਰਪੰਚ ਤੋਂ ਲੈ ਕੇ ਪਿੰਡ ਦੇ ਪੰਚ ਤੋਂ ਲੈ ਕੇ ਜਿਹੜਾ ਪ੍ਰਸ਼ਾਸਨ 'ਚ ਜਿਹੜੇ ਲੋਕ ਬੈਠੇ ਆ ਉੱਪਰ ਤੱਕ ਜਿਹੜੀ ਹੈ ਇਹਨਾਂ ਦੀ ਪਹੁੰਚ ਹੈ। ਐਸਾ ਧੇਲਾ ਜਿਹੜਾ ਸ਼ਰੇਆਮ ਚੱਲਦਾ ਹੈਗਾ, ਤੇ ਇਕੱਲੇ ਮੰਤਰੀ ਸਾਹਿਬਾਨ ਦੇ ਨਾਲ ਜਿਹੜੀ 25 ਤਰੀਕ ਦੀ ਮੀਟਿੰਗ ਹੈ, ਕੁਝ ਅਧਿਕਾਰੀਆਂ ਦੀ ਮੀਟਿੰਗ ਕਰ ਲੈਣ ਦੇ ਨਾਲ ਜਿਹੜਾ ਆ ਇਹ ਮਸਲਾ ਹੱਲ ਹੋਣ ਵਾਲਾ ਨਹੀਂ। ਕਿਉਂਕਿ ਇਹ ਹੇਠਲੇ ਪੱਧਰ ਤੱਕ ਜਿਹੜੇ ਲੋਕ ਇਹ 'ਚ ਇਨਵੋਲਵ ਨੇ, ਉਹਨਾਂ ਨੂੰ ਜਦੋਂ ਤੁਸੀਂ ਸਿੱਧੇ ਤੌਰ ਦੇ ਉੱਤੇ ਟੱਕਰਨਾ, ਤੇ ਹੇਠਲੇ ਪੱਧਰ ਤੱਕ ਪ੍ਰਸ਼ਾਸਨ ਦਾ ਬੈਠਾ ਜਿਹੜਾ ਮਤਲਬ ਬਿਲਕੁਲ ਹੇਠਲਾ ਮੁਲਾਜ਼ਮ ਵੀ ਹੈ, ਉਹਦੀ ਵੀ ਜਿਹੜੀ ਸ਼ਮੂਲੀਅਤ ਚਾਹੀਦੀ ਹੈ, ਉਹਦੀ ਵੀ ਦਿਆਨਤਦਾਰੀ ਚਾਹੀਦੀ ਹੈ। ਤੇ ਖਾਸ ਤੌਰ ਤੇ ਜਿਹੜੀ ਸਾਡੀ ਬਿਊਰੋਕ੍ਰੇਸੀ ਹੈ ਉਹਦੀ ਦਿਆਨਤਦਾਰੀ ਚਾਹੀਦੀ ਹੈ, ਜਿਹਦੀ ਸੰਭਾਵਨਾ ਮੈਨੂੰ ਘੱਟ ਲੱਗਦੀ ਹੈ। ਕਿਉਂਕਿ ਦੂਜਾ ਜਿਹੜਾ ਮੈਂ ਖਦਸ਼ਾ ਜਿਹੜਾ ਪ੍ਰਗਟ ਕਰ ਰਿਹਾ ਸੀ, ਜੇ ਕੋਸ਼ਿਸ਼ ਕੀਤੀ ਜਾਏਗੀ ਤਾਂ ਫਿਰ ਉਹ ਪਿੰਡਾਂ ਦੇ ਵਿੱਚ ਜਿਹੜਾ ਆ ਨਵੀਂ ਕਿਸਮ ਦੀ ਜਿਹੜੀ ਟਕਰਾਅ ਜਿਹੜੀ ਵਾਇਲੈਂਸ ਦੇ ਵਿੱਚ ਵੀ ਤਬਦੀਲ ਹੋ ਸਕਦੀ ਹੈ। ਨਵੇਂ ਕਿਸਮ ਦੀਆਂ ਧੜੇਬੰਦੀਆਂ, ਨਵੇਂ ਕਿਸਮ ਦੇ ਟਕਰਾਅ ਦੇ ਵਿੱਚ ਅਸੀਂ ਕਈ ਵਾਰੀ ਇੱਥੇ ਏਦਾਂ ਵੀ ਦੇਖਾਂਗੇ ਵੀ ਉੱਥੇ ਜਿੱਦਾਂ ਪਿੰਡਾਂ ਦੇ ਵਿੱਚ ਕੁਝ ਮਾਮਲਿਆਂ ਨੂੰ ਲੈ ਕੇ ਜੱਟ ਤੇ ਦਲਿਤ ਦਾ ਮਾਮਲਾ ਵੀ ਬਣਾ ਦਿੱਤਾ ਜਾਂਦਾ, ਏਦਾਂ ਦੇ ਮਾਮਲੇ ਵੀ ਸਾਡੇ ਸਾਹਮਣੇ ਫਿਰ ਆਉਣਗੇ। ਸੋ ਉਹਨੂੰ ਸਾਹਮਣਾ ਕਰਨਾ ਮੁਸ਼ਕਲ ਹੋਏਗਾ, ਬਹੁਤ ਜ਼ਿਆਦਾ ਟਾਸਕ ਬਹੁਤ ਮੁਸ਼ਕਲ ਹੈ।
ਭਾਵਨਾ ਭਾਵੇਂ ਦਰੁਸਤ ਹੈ ਜੀ। ਦਸਾਂ ਸਾਹਿਬ, ਇੱਕ ਮਸਲਾ ਪਿੱਛੇ ਵੀ ਉੱਠਿਆ ਸੀਗਾ ਤੇ ਹੁਣ ਫੇਰ ਲੱਗਦਾ ਉਹ ਦੁਬਾਰਾ ਉੱਠਣ ਦੇ ਕੋਈ ਸੰਕੇਤ ਆ ਰਹੇ ਆ, ਉਹ ਹੈਗੀ ਆ ਰਾਜੋਆਣਾ ਦੀ ਰਿਹਾਈ ਦਾ ਮਸਲਾ। ਉਹਦੇ ਉੱਤੇ ਇੱਕ ਪਾਸੇ ਤੇ ਕੇਂਦਰ ਨੂੰ ਚਿੱਠੀਆਂ ਲਿਖੀ ਜਾਂਦੇ ਆ ਅਕਾਲੀ ਦਲ ਵਾਲੇ, ਮੋਦੀ ਸਾਹਿਬ ਨੂੰ ਚਿੱਠੀ ਲਿਖੀ ਆ ਕਿ ਉਹਨਾਂ ਨੂੰ ਤੁਸੀਂ ਹੁਣ ਜਿਹੜਾ ਉਹ ਰਿਹਾ ਕਰ ਦਿਓ। ਦੂਜੇ ਪਾਸੇ ਬਿੱਟੂ ਸਾਹਿਬ ਵੀ ਜਿਹੜੇ ਆ ਉਹ ਬੜਾ ਉੱਤੇ ਸਖਤ ਪ੍ਰਤੀਕਰਮ ਦੇ ਰਹੇ ਆ। ਉਹ ਕਹਿ ਰਹੇ ਆ ਕਿ ਸਾਡੇ ਪਰਿਵਾਰ ਨੂੰ ਮਰਾਉਣ ਦੀ ਸਾਜ਼ਿਸ਼ ਘੜੀ ਜਾ ਰਹੀ ਹੈ। ਸੋ ਇਹ ਮਸਲਾ ਜਿਹੜਾ ਆ, ਹਾਲਾਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਦਾ ਮਸਲਾ ਵੀ ਆ, ਹੋਰ ਕਈ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀ ਆ ਉਹਨਾਂ ਦਾ ਮਸਲਾ ਵੀ ਆ। ਉਹਦੇ ਤੇ ਪੰਜਾਬ ਸਰਕਾਰ ਦਾ ਕੋਈ ਅਧਿਕਾਰਤ ਬਿਆਨ ਮੈਂ ਨਹੀਂ ਵੇਖਿਆ। ਜੇ ਤੁਸੀਂ ਵੇਖਿਆ ਤਾਂ ਕੋਈ ਦੱਸਿਓ, ਕਿਉਂਕਿ ਪਿਛਲੇ ਇਲੈਕਸ਼ਨ ਦੇ ਦਿਨਾਂ 'ਚ ਕੇਜਰੀਵਾਲ ਦਾ ਸਿੱਧਾ ਦੋਸ਼ ਲੱਗ ਰਿਹਾ ਸੀ ਕਿ ਭੁੱਲਰ ਸਾਹਿਬ ਦੀ ਰਿਹਾਈ ਦੇ ਵਿੱਚ ਰੁਕਾਵਟਾਂ ਜਿਹੜੀਆਂ ਪੈ ਰਹੀਆਂ ਨੇ, ਉਹ ਕਿਉਂਕਿ ਉਹ ਦਿੱਲੀ ਦੇ ਵਿੱਚ ਨੇ ਕੈਦ, ਭਾਵੇਂ ਉਹਨਾਂ ਨੂੰ ਅੰਮ੍ਰਿਤਸਰ ਸ਼ਿਫਟ ਕੀਤਾ ਸੀਗਾ, ਪਰ ਉਹਨਾਂ ਦਾ ਮੇਰੇ ਖਿਆਲ ਅਕਾਊਂਟ ਵਗੈਰਾ ਜਿਹੜਾ ਉਹ ਤਿਹਾੜ ਜੇਲ੍ਹ ਨਾਲ ਆ ਤੇ ਉੱਤੇ ਕੰਟਰੋਲ ਦਿੱਲੀ ਸਰਕਾਰ ਦਾ ਹੈ। ਤੇ ਇਹ ਮੁੱਦਾ ਜਿਹੜਾ ਨਵੇਂ ਸਿਰੋਂ ਉੱਠ ਰਿਹਾ ਹੈ, ਤੇ ਸਰਕਾਰ ਦਾ ਕੀ ਸਟੈਂਡ ਹੋ ਸਕਦਾ, ਕੀ ਕੋਈ ਪੋਜ਼ਿਟਿਵ ਸਟੈਂਡ ਹੋ ਸਕਦਾ ਜਾਂ ਨਹੀਂ ਹੋ ਸਕਦਾ? ਮੈਂ ਜਨਰਲ ਕੈਦੀਆਂ ਦੀ ਰਿਹਾਈ ਦੀ ਵੀ ਗੱਲ ਕਰ ਰਿਹਾ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ। ਦੇਖੋ, ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਉਹਨਾਂ ਦੀ ਰਿਹਾਈ ਦੇ ਮਾਮਲੇ ਵੀ ਲਟਕੇ ਹੋਏ ਆ ਕਾਫੀ ਸਮੇਂ ਤੋਂ, ਤੇ ਗੱਲ ਚੱਲਦੀ ਰਹੀ ਹੈ ਲਗਾਤਾਰ, ਚੋਣਾਂ ਤੋਂ ਪਹਿਲਾਂ ਵੀ ਚੱਲਦੀ ਰਹੀ ਹੈ। ਪਰ ਜਿੱਦਾਂ ਤੁਸੀਂ ਜ਼ਿਕਰ ਕੀਤਾ, ਸਪੈਸ਼ਲੀ ਰਾਜੋਆਣਾ ਵਾਲੇ ਦੇ ਮਸਲੇ ਦੇ ਉੱਤੇ ਤਾਂ ਬਾਰ-ਬਾਰ ਇਹ ਇਲਜ਼ਾਮ ਲੱਗਦਾ ਰਿਹਾ ਕਿ ਦਿੱਲੀ ਦੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਜਿਹੜੀ ਉਹ ਨਹੀਂ ਚਾਹੁੰਦੀ, ਤੇ ਬਾਕੀ ਜਿਹੜੇ ਮਸਲੇ ਆ ਉਹਨਾਂ ਤੇ ਵੀ ਕੇਂਦਰ ਸਰਕਾਰ ਨੂੰ ਬਹੁਤ ਪੋਜ਼ਿਟਿਵ ਤਰੀਕੇ ਨਾਲ ਸਾਰੀਆਂ ਚੀਜ਼ਾਂ ਲੈਣ ਉੱਤੇ। ਤੁਹਾਨੂੰ ਯਾਦ ਹੋਣਾ ਜਦੋਂ ਫਿਰੋਜ਼ਪੁਰ ਦੀ ਰੈਲੀ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ, ਜਾਂ ਉਸ ਤੋਂ ਬਾਅਦ ਉਹ ਰੈਲੀ ਫੇਲ ਹੋਣ ਤੋਂ ਬਾਅਦ ਜਿਹੜੀਆਂ 3 ਰੈਲੀਆਂ ਉਹਨਾਂ ਨੇ ਬਾਅਦ 'ਚ ਕੀਤੀਆਂ, ਤੇ ਉਹਨਾਂ ਰੈਲੀਆਂ ਦੇ ਵਿੱਚ ਵੀ ਇਹ ਗੱਲ ਚੱਲ ਰਹੀ ਸੀ ਵੀ ਸ਼ਾਇਦ ਕੋਈ ਪੰਜਾਬ ਬਾਰੇ ਕੋਈ ਸੈਂਸਿਟਿਵ ਜਿਹੜੇ ਪੰਜਾਬ ਨਾਲ ਜੁੜੇ ਹੋਏ ਇਸ਼ੂ ਆ ਉਹਨਾਂ ਦੇ ਉੱਤੇ ਪ੍ਰਧਾਨ ਮੰਤਰੀ ਕੋਈ ਐਲਾਨ ਕਰਨਗੇ। ਸਿੱਖ ਬੰਦੀਆਂ ਦੀ ਜਿਨ੍ਹਾਂ ਨੇ ਆਪਣਾ ਸਮਾਂ ਪੂਰਾ ਕਰ ਲਿਆ ਉਹਨਾਂ ਦੀ ਰਿਹਾਈ ਦਾ ਐਲਾਨ ਕਰ ਸਕਦੇ ਆ, ਪਰ ਕੁਝ ਨਹੀਂ ਕੀਤਾ ਗਿਆ। ਇਸ ਮਸਲੇ ਨੂੰ ਪੋਲੀਟੀਸਾਈਜ਼ ਹੈ, ਸਾਰੀਆਂ ਚੀਜ਼ਾਂ ਜਿਹੜੀਆਂ ਇਸ ਮਸਲੇ ਨੂੰ ਵੀ ਪੋਲੀਟੀਕਲ ਕਲਰ ਜਿਹੜਾ ਆ ਉਹ ਦੇਣ ਦੀ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਰਵਨੀਤ ਬਿੱਟੂ ਹੋਰਾਂ ਦਾ ਮਾਮਲਾ ਬਿਲਕੁਲ ਵੱਖਰਾ ਆ, ਕਿਉਂਕਿ ਉਹਨਾਂ ਦੇ ਪਰਿਵਾਰ ਦੀ ਗੱਲ ਉਹ ਆਪਣੇ ਕਰਦੇ ਆ, ਬੇਅੰਤ ਸਿੰਘ ਦੇ ਪਰਿਵਾਰ ਚੋਂ ਹੈਗੇ, ਉਹਦੇ ਪੋਤੇ ਆ। ਸੋ ਉਹਨਾਂ ਦਾ ਕਹਿਣਾ ਜਿਹੜਾ ਗੱਲ ਕਰਨਾ ਉਹ ਆਪਣੀ ਥਾਂ ਦੇ ਉੱਤੇ ਹੈ, ਪਰ ਇਹ ਸਾਰੇ ਮਸਲੇ ਨੂੰ ਰਾਜੋਆਣੇ ਤੋਂ ਬਾਹਰ ਵੀ ਜਿਹੜੇ ਬਾਕੀ ਜਿਹੜੇ ਲੋਕ ਵੀ ਹੈਗੇ ਆ, ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ, ਕਾਨੂੰਨਨ ਜਿਹੜਾ ਉਹਨਾਂ ਦਾ ਅਧਿਕਾਰ ਬਣਦਾ ਕਿ ਉਹ ਰਿਹਾ ਹੋਣ। ਇਹਦੇ 'ਚ ਮੈਨੂੰ ਲੱਗਦਾ ਹੈ ਕਿ ਭਾਰਤ ਦੀ ਸੁਪਰੀਮ ਕੋਰਟ ਨੂੰ ਵੀ ਉਚੇਚ ਕਰਕੇ ਕੋਈ ਨਾ ਕੋਈ ਦਖਲ ਦੇਣ ਦੀ ਸ਼ਾਇਦ ਜ਼ਰੂਰਤ ਹੈ। ਪਰ ਕਿਹੜੇ ਲੌਜਿਕ ਨੇ, ਕਿਹੜੇ ਤਰਕ ਨੇ, ਕਿਉਂ ਕੇਂਦਰ ਸਰਕਾਰ ਜਿਹੜੀ ਹੈ ਉਹ ਇਹਦੇ 'ਤੇ ਹਾਲੇ ਯੈਸ ਨਹੀਂ ਕਰ ਰਹੀ, ਤੇ ਕਿਉਂ ਇੱਕ ਕੇਸ ਬਾਰੇ ਜਿਹੜੀ ਆਪਾਂ ਗੱਲ ਕਰਦੇ ਹਾਂ ਰਾਜੋਆਣਾ ਵਾਲਾ ਕੇਸ ਜਿਹੜਾ ਉੱਤੇ ਅਰਵਿੰਦ ਕੇਜਰੀਵਾਲ ਕਿਉਂ ਨਹੀਂ ਫਾਈਲ ਦੇ ਉੱਤੇ ਦਸਤਖਤ ਕਰਦੇ। ਇਸ ਕਰਕੇ ਸਵਾਲ ਆਮ ਆਦਮੀ ਪਾਰਟੀ ਸਰਕਾਰ ਤੇ ਵੀ ਉੱਠਦੇ ਆ, ਪਰ ਕਈ ਮਾਮਲਿਆਂ 'ਚ ਬਾਕੀ ਕੁਝ ਹੋਰ ਮਾਮਲਿਆਂ ਦੇ ਨਾਲ ਨਾਲ ਇਸ ਮਾਮਲੇ 'ਚ ਵੀ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਚੁੱਪ ਦਿਖਾਈ ਦੇ ਰਹੀ ਹੈ ਜੀ। ਇੱਕ ਕੇਂਦਰ 'ਚ ਮੰਤਰੀ ਨੇ ਜੀ ਗਿਰੀਰਾਜ ਸਿੰਘ, ਉਹ ਵੀ ਕਾਫੀ ਵੱਡੇ ਪੁਆੜੇ ਪਾਉਣ ਦੇ ਮਾਹਰ ਗਿਣੇ ਜਾਂਦੇ ਨੇ। ਉਹ ਲਗਾਤਾਰ ਰਾਮਨੌਮੀ ਵਾਲਾ ਮਸਲਾ ਹਿੰਦੁਸਤਾਨ ਤੇ ਸਾਂਭਿਆ ਨਹੀਂ ਜਾ ਰਿਹਾ। ਉਹ ਕਹਿੰਦੇ ਆ ਅਸੀਂ ਪਾਕਿਸਤਾਨ ਵਿੱਚ ਵੀ ਰਾਮਨੌਮੀ ਦੇ ਜਲੂਸ ਕੱਢਾਂਗੇ। ਕੀ ਇਹ ਸੰਭਵ ਆ ਜਾਂ ਸਿਰਫ ਇਹ ਬਿਆਨ ਦੇ ਕੇ ਭੜਕਾਹਟ ਹੀ ਪੈਦਾ ਕਰਨੀ ਚਾਹ ਰਹੇ ਹੁੰਦੇ ਆ? ਪਹਿਲੀ ਗੱਲ ਤਾਂ ਹੈ ਕਿ ਆਪਾਂ ਲਾਹੌਰ ਜਾ ਕੇ ਆਏ, ਤੁਸੀਂ ਵੀ ਗਏ ਸੀ ਲਾਹੌਰ 2 ਸਾਲ ਪਹਿਲਾਂ, ਅਸੀਂ ਹੁਣ ਫੇਰ ਜਾ ਕੇ ਆਏ ਹਾਂ। ਦੇਖੋ, ਜੋ ਸਾਨੂੰ ਫੀਲਿੰਗ ਉੱਥੇ ਜਾ ਕੇ ਆਉਂਦੀ ਹੈ, ਉੱਥੇ ਠੀਕ ਹੈ ਲਗਾਤਾਰ ਸਿੱਖ ਤੇ ਹਿੰਦੂ ਭਾਈਚਾਰੇ ਜਿਹੜੇ ਆ ਉਹਨਾਂ ਦੀ ਗਿਣਤੀ ਮੁਕਾਬਲਤਨ ਘਟੀ ਹੈ, ਮਤਲਬ ਪਰਸੈਂਟੇਜ ਜਿਹੜਾ ਘਟਿਆ ਆ 1947 ਤੋਂ ਬਾਅਦ, ਜਿਹਦਾ ਅਫਗਾਨਿਸਤਾਨ ਦੇ ਵਿੱਚ ਤਾਂ ਬਿਲਕੁਲ ਹੀ ਮਾਈਨਸ ਤੱਕ ਮਤਲਬ 0 ਤੱਕ ਪਹੁੰਚਣ ਵਾਲੀ ਗੱਲ ਹੈ। ਪਰ ਪਾਕਿਸਤਾਨ 'ਚ ਵੀ ਇਹ ਜਿਹੜੇ ਫਿਰਕੇ ਘੱਟ ਗਿਣਤੀ ਫਿਰਕੇ ਆ, ਇਹਨਾਂ ਦੀ ਗਿਣਤੀ ਜਿਹੜੀ ਹੈ ਪਰਸੈਂਟੇਜ ਕੁਝ ਘਟੀ ਹੈ। ਪਰ ਉਹ ਆਪਣੀ ਜਿਹੜੇ ਤਿਉਹਾਰ ਨੇ ਉਹ ਤਿਉਹਾਰ ਉੱਥੇ ਆਪਣੀ ਮਰਜ਼ੀ ਨਾਲ ਮਨਾਉਂਦੇ ਨੇ। ਈਵਨ ਐਤਕਾਂ ਤਾਂ ਅਸੀਂ ਜਦੋਂ ਸੀਗੇ ਉਦੋਂ ਹੋਲੀ ਦਾ ਦਿਨ ਵੀ ਸੀ, ਮਤਲਬ ਹੋਲੀ ਵੀ ਉੱਥੇ ਈਵਨ ਮੁਸਲਿਮ ਪਰਿਵਾਰਾਂ ਦੇ ਵਿੱਚ ਵੀ, ਮਤਲਬ ਜਿਨ੍ਹਾਂ 'ਚ ਅਸੀਂ ਹੋਲੀ ਵਾਲੇ ਦਿਨ ਅਸੀਂ ਇੱਕ ਪਰਿਵਾਰ ਦੇ ਵਿੱਚ ਸੀਗੇ, ਪੰਜਾਬੀ ਦਾ ਵੱਡਾ ਸ਼ਾਇਰ ਆ, ਉਹਨਾਂ ਨੇ ਇੱਕ ਛੋਟੀ ਜਿਹੀ ਮਹਿਫਲ ਰੱਖੀ ਸੀ ਹੋਲੀ ਦੀ। ਸ਼ਾਮ ਨੂੰ ਅਸੀਂ ਉਸ ਅਫਜ਼ਲ ਸਾਹਿਰ ਜਿਹੜਾ ਸਾਡਾ ਸ਼ਾਇਰ ਹੈ ਉਹਦੇ ਘਰ ਇੱਕ ਮਹਿਫਲ ਸੀ, ਉੱਥੇ ਉਸ ਘਰ ਦੇ ਵਿੱਚ ਸੀਗੇ 25-30 ਜਾਣੇ, ਤੇ ਬਾਕੀ ਅਸੀਂ ਤਾਂ ਭਾਰਤ ਵੱਲੋਂ ਸੀਗੇ 10-12 ਜਣੇ, ਬਾਕੀ ਉੱਥੋਂ ਦਾ ਪਰਿਵਾਰ ਸੀਗੀਆਂ, ਮੁਸਲਿਮ ਫੈਮਿਲੀ ਸੀਗੀਆਂ। ਉਹਨਾਂ ਨੇ ਬੜੇ ਚਾਅ ਨਾਲ ਸਾਡੇ ਨਾਲ ਹੋਲੀ ਮਨਾਈ।
ਤੇ ਏਦਾਂ ਹੀ ਬਾਕੀ ਵੀ ਉਹਨਾਂ ਦੇ ਉੱਥੇ ਚਲੋ ਜੋ ਵੀ ਸਥਿਤੀ ਹੈ ਉੱਥੇ ਆਪਣੀਆਂ ਧਾਰਮਿਕ ਜਿਹੜੀਆਂ ਰਸਮਾਂ ਹੈ ਉਹ ਪੂਰੀਆਂ ਕਰਦੇ ਆ। ਰਾਮਨੌਮੀ ਮਨਾਈ ਜਾਏਗੀ ਉੱਥੇ, ਜੇ ਤੋਂ ਮਨਾ ਲੈਣਗੇ, ਗਿਰੀਰਾਜ ਨੇ ਥੋੜ੍ਹਾ ਜਾਣਾ ਉੱਥੇ ਨਾ ਰਾਮਨੌਮੀ ਮਨਾਉਣ। ਇਹ ਤਾਂ ਅੱਗ ਲਾਊ ਬਿਆਨ, ਜਾਂ ਕਹਿ ਲਓ ਵੀ ਪੁਆੜਾ ਮੰਤਰੀ ਜਿਹੜੇ ਹੈਗੇ ਆ, ਏਦਾਂ ਦੇ ਲੋਕ ਜਿਹੜੇ ਆ, ਇਹ ਹਰ ਮਾਮਲੇ 'ਚ ਇਹਨਾਂ ਨੇ ਕੁਝ ਨਾ ਕੁਝ ਏਦਾਂ ਦਾ ਕਹਿਣਾ ਹੁੰਦਾ, ਤੇ ਫਿਰ ਉਹਦੇ ਨਾਲ ਜਿਹੜੀਆਂ ਸਥਿਤੀਆਂ ਜਿਹੜੀਆਂ ਵਿਗੜਦੀਆਂ। ਤੇ ਆਮ ਬੰਦਾ ਜਿਹੜਾ ਪਾਕਿਸਤਾਨ ਦਾ ਜਾਂ ਭਾਰਤ ਦਾ ਆਮ ਬੰਦਾ ਮੁਹੱਬਤ ਚਾਹੁੰਦਾ ਹੈ, ਇਹ ਨਫ਼ਰਤ ਭਰੇ ਬਿਆਨ ਤਾਕਦੇ ਰਹਿੰਦੇ। ਜੀ ਬਿਲਕੁਲ। ਔਰ ਦਸਾਂਝ ਸਾਹਿਬ, ਅਖੀਰ ਦੇ ਵਿੱਚ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਇਹ ਗੱਲ ਕਿ ਜਿਹੜੀ ਸਰਕਾਰ ਆ ਭਗਵੰਤ ਮਾਨ ਰਾਂ ਦੀ, ਉਹ ਕੋਈ ਹੁਣ ਲੱਗ ਰਿਹਾ ਤੁਹਾਨੂੰ ਕਿ ਜਿਹੜੇ ਉਹਨਾਂ ਦੇ MLA ਨੇ ਜਾਂ ਜਿਹੜੇ ਲੋਕ ਨਵੇਂ ਨੇ ਬਿਲਕੁਲ, ਉਹਨਾਂ ਲਈ ਕੋਈ ਟ੍ਰੇਨਿੰਗ ਦਾ ਜਾਂ ਕੋਈ ਇਸ ਤਰ੍ਹਾਂ ਦਾ ਪ੍ਰਬੰਧ ਕਰ ਰਹੀ ਆ ਕਿ ਉਹਨਾਂ ਨੂੰ ਲੈਜਿਸਲੇਟਿਵ ਅਸੈਂਬਲੀ ਦੇ ਜਿਹੜੇ ਰੂਲ ਹੁੰਦੇ ਆ ਉਹਨਾਂ ਦੀ ਕੋਈ ਸਮਝ ਲੱਗ ਸਕੇ, ਤੇ ਨਾਲ ਦੀ ਨਾਲ ਉਹ ਜਿਸ ਤਰ੍ਹਾਂ ਹੁਣ ਛਾਪੇਮਾਰੀ ਹੋ ਰਹੀ ਆ, ਕੁਝ ਅਖਬਾਰਾਂ 'ਚ ਖਬਰਾਂ ਛਪ ਰਹੀਆਂ, ਅੱਜ ਫਲਾਣਾ ਮੰਤਰੀ ਜਾ ਕੇ ਫਲਾਣੇ ਥਾਂ ਛਾਪਾ ਮਾਰਤਾ, ਫਲਾਣੇ ਥਾਂ ਮਾਰਤਾ, ਮਤਲਬ ਇੱਕ ਕਿਸਮ ਦੀ ਤਾਕਤ ਦਾ ਵਿਖਾਵਾ ਜਿਹੜਾ ਹੋ ਰਿਹਾ ਤੋਂ ਨਿਕਲ ਕੇ ਕੁਝ ਕੰਕਰੀਟ ਕੰਮ, ਜਿਹੜਾ ਸੀਰੀਅਸ ਕੰਮ ਆ, ਜੋ MLA ਜਿਹਦੇ ਲਈ ਚੁਣੇ ਜਾਂਦੇ ਆ, ਉਸ ਪਾਸੇ ਨੂੰ ਤੁਰਿਆ ਜਾਵੇ। ਕੀ ਕੋਈ ਇਸ ਤਰ੍ਹਾਂ ਦਾ ਕੋਈ ਪਲਾਨ ਹੈ ਭਵਿੱਖ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਕਿ ਆਮ ਆਦਮੀ ਪਾਰਟੀ ਕੋਈ ਇੱਦਾਂ ਦਾ ਸੀਰੀਅਸ ਪਲਾਨ ਲੈ ਕੇ ਵੀ ਅੱਗੇ ਆ ਸਕਦੀ ਹੈ? ਪਹਿਲੀ ਗੱਲ ਤਾਂ ਇਹ ਵੀ ਸਾਡਾ ਮੀਡੀਆ ਵੀ ਕਈ ਵਾਰੀ ਏਦਾਂ ਦੀ ਲਫ਼ਜ਼ਕਾਰੀ ਜਿਹੜੀ ਆ ਉਹ ਵਰਤਦਾ, ਜਿਹਦੇ ਕਰਕੇ ਉਹਦਾ ਨੈਗੇਟਿਵ ਜਿਹਾ ਅਸਰ ਜਾਂਦਾ। ਬਾਈ ਦੀ ਵੇ ਹੁਣ ਕੋਈ MLA ਜਾਂ ਕੋਈ ਮੰਤਰੀ ਹੈ, ਕਿਸੇ ਮਹਿਕਮੇ ਚਲ ਗਿਆ, ਕਿਸੇ ਦਫ਼ਤਰ ਚਲ ਗਿਆ, ਉਹ ਸੁਧਾਰ ਨਹੀਂ ਗਿਆ ਹੁੰਦਾ, ਕੋਈ ਉਹਦਾ ਨਿਰੀਖਣ ਕਰਨ ਨਹੀਂ ਚਲ ਗਿਆ, ਉਹ ਸਾਡੇ ਮੀਡੀਆ ਜਾਂ ਦਾ ਮਾਰਿਆ ਛਾਪਾ ਤੇ ਪਤਾ ਨਹੀਂ ਕਿਹੜੇ ਕਿਹੜੇ ਸ਼ਬਦ ਵਰਤਦੇ ਆ ਇਹ। ਉਹ ਸਧਾਰਨ ਠੀਕ ਹੈ, ਦਫ਼ਤਰਾਂ ਦਾ ਕੰਮਕਾਜ ਦੇਖਣ ਜੇ ਕੋਈ ਚਲ ਜਾਂਦਾ ਹੈ ਤੇ ਉਹਨੂੰ ਛਾਪੇ ਦੇ ਤੌਰ ਤੇ ਨਹੀਂ ਲਿਆ ਜਾਣਾ ਚਾਹੀਦਾ। ਇੱਕ ਤਾਂ ਇਹ ਆ ਵੀ ਸਾਡਾ ਜਿਹੜਾ ਪ੍ਰਿੰਟ ਮੀਡੀਆ ਜਾਂ ਇਲੈਕਟ੍ਰੋਨਿਕ ਮੀਡੀਆ ਤਾਂ ਹੁਣ ਇੰਨਾ ਕਾਹਲਾ ਹੋ ਗਿਆ ਸਾਡਾ, ਸੋਸ਼ਲ ਮੀਡੀਆ ਦੇ ਉੱਤੇ ਜੋ ਕੁਝ ਹੈਗਾ ਬਸ ਉਹ ਸਨਸਨੀਖੇਜ਼ ਜਿਹੀਆਂ ਚੀਜ਼ਾਂ ਬਣਾ ਕੇ ਜਾਣੀ ਮਤਲਬ ਪੇਸ਼ ਕਰਦੇ ਆ। ਇਹਦੇ ਤੋਂ ਥੋੜਾ ਸੁਚੇਤ ਰਹਿਣ ਦੀ ਜ਼ਰੂਰਤ ਹੈ। ਦੂਜਾ ਇਹ ਹੈ ਕਿ ਦੇਖੋ, ਮੈਂ ਜਿਹੜਾ ਇੱਕ ਕੱਲ ਜਾਂ ਪਰਸੋਂ ਇਹ ਗੱਲ ਕਹੀ ਸੀ, ਸਰਕਾਰ ਜਿਹੜੀ ਹੈ ਨਾ ਜੀ, ਉਹ ਆਪਣੀ ਥਾਂ ਤੇ ਹੈ। 92 ਵਿਧਾਇਕਾਂ ਨੂੰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਕਿਵੇਂ ਡੀਲ ਕਰਦੇ ਆ, ਇਹ ਬਿਲਕੁਲ ਡਿਫਰੈਂਟ ਹੈ। ਪਰ ਪਾਰਟੀ ਜਿਹੜੀ ਹੈ ਨਾ ਆਮ ਆਦਮੀ, ਉਹਦੀ ਕੋਈ ਜਥੇਬੰਦਕ ਕਿਸਮ ਦੀ ਕੋਈ ਅਪਰੋਚ, ਕੋਈ ਵਿਚਾਰਧਾਰਕ ਅਪਰੋਚ ਉਹ ਜ਼ਰੂਰ ਚਾਹੀਦੀ ਆ। ਉਹ ਅਸਲ ਦੇ ਵਿੱਚ ਟੀਚ ਕਰਨਾ ਹੁੰਦਾ, ਉਹ ਨਹੀਂ ਹੈ ਕਿਤੇ ਵੀ, ਪਾਰਟੀ ਨਹੀਂ ਦਿਖਾਈ ਦੇ ਰਹੀ ਕਿਤੇ ਵੀ। ਸੋ ਇਸ ਕਰਕੇ ਗਲਤੀਆਂ ਫਲਤੀਆਂ ਵੀ ਹੁੰਦੀਆਂ। ਪਾਰਟੀ 'ਚ ਬੈਠ ਕੇ ਇੱਕ ਤੁਹਾਡਾ ਜਿਹੜਾ ਸਰਕਾਰ 'ਚ ਕੰਮ ਕਰਦਿਆਂ ਕਿੱਦਾਂ ਦਾ ਐਟੀਟਿਊਡ ਹੋਣਾ ਚਾਹੀਦਾ, ਕੁਝ ਮੁੱਦਿਆਂ ਬਾਰੇ ਤੁਹਾਡੀ ਸਮਝਦਾਰੀ ਕੀ ਹੈ, ਉਹ ਬਿਲਕੁਲ ਸਪਸ਼ਟ ਹੋ ਜਾਇਆ ਕਰ। ਉਹ ਇੱਥੇ ਕਮੀ ਜਿਹੜੀ ਹੈ ਦਿਖਾਈ ਦੇ ਰਹੀ ਹੈ। ਬਾਕੀ ਸਰਕਾਰੀ ਪੱਧਰ ਦੇ ਉੱਤੇ ਸ਼ਾਇਦ ਕੋਸ਼ਿਸ਼ ਕਰਨਗੇ ਕਿ MLAs ਜਿਹੜੇ ਆ ਉਹਨਾਂ ਦੀ ਕੋਈ ਵੱਖਰੀ ਮੀਟਿੰਗ ਕਾਲ ਕੀਤੀ ਜਾਏ, ਜਿਹਦੇ 'ਚ ਜਿਹੜੇ 5 ਸਾਲ ਉਹਨਾਂ ਨੇ ਮਤਲਬ ਲੋਕਾਂ ਦੇ ਨਾਲ ਵਿਚਰਨਾ ਹੈ, ਲੋਕਾਂ ਦੇ ਵਿੱਚ ਵਿਚਰਨਾ ਹੈ, ਸਰਕਾਰੀ ਮਹਿਕਮਿਆਂ ਦੇ ਦਫ਼ਤਰਾਂ ਦੇ ਵਿੱਚ ਵੀ ਜਾਣਾ, ਪਹੁੰਚਣਾ ਆ, ਵਿਧਾਨ ਸਭਾ ਦੇ ਵਿੱਚ ਵੀ ਬੋਲਣਾ ਆ, ਵਿਰੋਧੀਆਂ ਨਾਲ ਵੀ ਉਹਨਾਂ ਦਾ ਸੰਵਾਦ ਹੋਣਾ ਆ। ਸੋ ਮੈਨੂੰ ਲੱਗਦਾ ਕਿ ਇਹ ਜ਼ਰੂਰ ਉੱਥੇ ਦਿੱਲੀ 'ਚ ਅਫਸਰ ਟ੍ਰੇਨਿੰਗ ਲਈ ਭੇਜਣ ਦੀ ਥਾਂ ਦੇ ਉੱਤੇ ਆਪਣੇ ਜਿਹੜੇ ਵਿਧਾਇਕ ਚੁਣੇ ਹੋਏ ਆ ਉਹਨਾਂ ਦਾ ਟ੍ਰੇਨਿੰਗ ਕੈਂਪ ਜਿਹੜਾ ਆ ਜ਼ਰੂਰ ਲਾ ਲਿਆ ਜਾਵੇ ਤਾਂ ਚੰਗੀ ਗੱਲ। ਜੀ ਦਸਾਂਝ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ। ਤੇ ਮਿਲਦੇ ਹਾਂ ਦੁਬਾਰਾ ਆਪਾਂ ਕੱਲ ਦੇ ਪ੍ਰੋਗਰਾਮ 'ਚ, ਤੇ ਕੋਈ ਨਵੀਆਂ ਖਬਰਾਂ ਲੈ ਕੇ ਤੁਹਾਡੇ ਨਾਲ ਪਾਵਾਂਗੇ ਸਾਂਝ। ਬਹੁਤ ਬਹੁਤ ਸ਼ੁਕਰੀਆ ਜੀ। ਮਿਹਰਬਾਨੀ, ਸ਼ੁਕਰੀਆ ਜੀ।